ਵਾਹਿਗੁਰੂ 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 ਵਾਹਿਗੁਰੂ। ਧਨਾਸਰੀ ਮਹੱਲਾ ਪੰਜਵਾ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ, ਸਹਿਜ ਧੁਨਾ ਨਿਹਚਲ ਰਾਜ ਕਮਾਓ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ, ਸਹਿਜ ਧੁਨਾ ਨਿਹਚਲ ਰਾਜ ਕਮਾਓ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰਿ ਆਪ ਨਿਵਾਰੇ। ਆਪਦਾ ਭਈ ਬਤੀਤ ਰਹਾਉ, ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ। ਨਾਸਨ ਭਾਜਨ ਥਾਕੀ, ਕਰ ਮੰਗਲ ਵਾਜੇ ਨਿਤ ਵਾਜੇ। ਆਪੁਨੈ ਖਸਮ ਨਿਵਾਜੇ, ਆਸਥਿਰ ਰਹੋ ਡੋਲੋ ਮਤ ਕਬਹੂ। ਗੁਰ ਕਾ ਬਚਨ ਆਧਾਰ, ਜੈ ਜੈਕਾਰ ਸਗਲ ਭੂ ਮੰਡਲ। ਮੁਖ ਊਜਲ ਦਰਬਾਰ, ਜਿਨ ਕੇ ਜੀਅ ਤਿਨਹਿ ਫੇਰੇ। ਆਪੇ ਭਇਆ ਸਹਾਈ, ਅਚਰਜ ਕੀਆ ਕਰਣ ਹਾਰਾ। ਨਾਨਕ ਸੱਚ ਵਡਿਆਈ, ਜਿਨ ਕੇ ਜੀਅ ਤਿਨਹਿ ਫੇਰੇ। ਆਪੇ ਭਇਆ ਸਹਾਈ, ਅਚਰਜ ਕੀਆ ਕਰਣ ਹਾਰਾ। ਨਾਨਕ ਸੱਚ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ, ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰੂ ਨਿਮਖ ਨਾ ਮਨ ਤੇ ਟਾਰੀ ਰੇ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਖੇਨ ਰਾਮ ਗੁਰ ਗਮ ਹਰ ਦਮ ਨਹਿ ਜਮ, ਹਰ ਕੰਠ ਨਾਨਕ ਉਰਹਾਰੀ ਰੇ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਸੋਢੀ ਸੁਲਤਾਨ ਪਾਤਸ਼ਾਹ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਵਰਤ ਰਹੀਆਂ ਹਨ। ਸਤਿਗੁਰਾਂ ਦੇ ਪਾਵਨ ਇਤਿਹਾਸਕ ਸਥਾਨ ਤੋਂ
ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ। ਐਸੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਵਿੱਚੋਂ ਪ੍ਰਾਪਤ ਹੋਏ ਸ੍ਰੀ ਮੁਖਵਾਕ ਹੁਕਮਨਾਮੇ ਭਾਈ ਸਾਹਿਬ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਕੁਝ ਸਮੇਂ ਲਈ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਅੱਜ ਦਾ ਬਖਸ਼ਿਸ਼ ਕੀਤਾ ਗਿਆ ਇਹ ਪਾਵਨ ਸ਼ਬਦ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਇਸ ਪਾਵਨ ਸ਼ਬਦ ਦਾ ਇੱਕ ਇਤਿਹਾਸਕ ਪੱਖ ਸੰਪਰਦਾਇ ਵਿਦਵਾਨ ਦੱਸਦੇ ਹਨ ਕਿ ਜਿਸ ਵਕਤ ਵਡਾਲੀ ਤੋਂ ਸਤਿਗੁਰੂ ਜੀ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਨੇ ਤਾਂ ਮੇਰੀ ਪੀਰੀ ਦੇ ਮਾਲਕ ਸਤਿਗੁਰੂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੰਬੋਧਨ ਹੋ ਕੇ ਇਹ ਸ਼ਬਦ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕੀਤਾ। ਉੱਥੇ ਅਧਿਆਤਮਕ ਰੂਪ ਵਿੱਚ ਸ਼ਬਦ ਦੀ ਵਿਆਖਿਆ ਵੀ ਹੈ। ਕੁਝ ਸਮੇਂ ਲਈ ਸੁਰਤ ਬਿਰਤ ਨੂੰ ਇਕਾਗਰ ਕਰਨ ਲਈ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੇ ਗਏ ਪਾਵਨ ਗੁਰਮੰਤਰ ਦਾ ਆਸਰਾ ਲਈਏ। ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਰਾਗ ਧਨਾਸਰੀ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਆਪਣੇ ਮੁਖਾਰ ਬਿੰਦ 'ਚੋਂ ਉਚਾਰਨ ਕਰ ਰਹੇ ਨੇ। ਸਾਹਿਬ ਜੀ ਦੀ ਰਸਨਾ ਤੋਂ ਬੋਲੇ ਹੋਏ ਅੰਮ੍ਰਿਤ ਬੋਲ ਨਿਰੰਕਾਰ ਦੀ ਬਾਣੀ ਹੈ, ਅਕਾਲ ਪੁਰਖ ਦੀ ਬਾਣੀ ਹੈ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੰਬੋਧਨ ਕਰਕੇ ਕਹਿੰਦੇ ਕਿ ਜਿਸ ਅਕਾਲ ਪੁਰਖ ਜੀ ਨੇ ਤੁਹਾਨੂੰ ਭੇਜਿਆ ਸੀ ਵਡਾਲੀ, ਉਸੇ ਅਕਾਲ ਪੁਰਖ ਜੀ ਨੇ ਤੁਹਾਨੂੰ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੁਲਾਇਆ। ਤਕਰੀਬਨ 3 ਸਾਲ ਤੋਂ ਵਧੇਕ ਸਮਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਵਡਾਲੀ 'ਚ ਰਹੇ ਨੇ। ਸਤਿਗੁਰਾਂ ਦਾ ਪ੍ਰਕਾਸ਼ ਵੀ ਵਡਾਲੀ 'ਚ ਹੋਇਆ ਕਿ ਅਕਾਲ ਪੁਰਖ ਜੀ ਦੇ ਹੁਕਮ ਨਾਲ ਭੇਜੇ ਸੀ ਤੇ ਅਕਾਲ ਪੁਰਖ ਜੀ ਦੇ ਹੁਕਮ ਨਾਲ ਹੀ ਤੁਸੀਂ ਵਾਪਸ ਆਏ ਹੋ। ਹੁਣ ਸੁੱਖ ਦੇ ਸਹਿਤ ਤੁਸੀਂ ਆਪਣੇ ਨਿਜ ਘਰ ਗੁਰੂ ਕੇ ਮਹਿਲਾਂ ਦੇ ਵਿੱਚ ਸੁੱਖ ਪ੍ਰਾਪਤ ਕਰੋ। ਇਸ ਤਰ੍ਹਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੰਬੋਧਨ ਹੋ ਕੇ ਇਹ ਸ਼ਬਦ ਉਚਾਰਿਆ ਜਾਂਦਾ ਹੈ। ਪਰ ਜੋ ਸਿਧਾਂਤਕ ਪੱਖ ਹੈ, ਕਿਉਂਕਿ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਬੋਲ ਭਾਵੇਂ ਕਿਸੇ ਇੱਕ ਦੇ ਪਰਥਾਏ ਉਚਾਰਨ ਹੋਣ, ਪਰ ਹੁੰਦੇ ਸਾਰੇ ਸੰਸਾਰ ਦੇ ਜੀਆਂ ਲਈ ਸਾਂਝੇ ਹਨ, ਹਰ ਇੱਕ ਪ੍ਰਾਣੀ ਮਾਤਰ ਵਾਸਤੇ ਹਨ। ਬਹੁਤ ਸਾਰੇ ਗੁਰਬਾਣੀ ਦੇ ਸ਼ਬਦ ਸਤਿਗੁਰਾਂ ਨੇ ਆਪਣੇ ਸਾਹਮਣੇ ਆਏ ਹੋਏ ਕੁਝ ਵਿਅਕਤੀਆਂ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ, ਪਰ ਉਹ ਕੇਵਲ ਉਹਨਾਂ ਵਾਸਤੇ ਹੀ ਨਹੀਂ ਹੈ। ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਵਾਸਤੇ ਹਨ। ਇਸ ਕਰਕੇ ਇਸ ਤਰ੍ਹਾਂ ਵੀ ਅਰਥ ਕਰਦੇ ਹਨ, ਜਿਨ ਤੁਮ ਭੇਜੇ ਤਿਨਹਿ ਬੁਲਾਏ। ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭੇਜੇ ਹੋਏ ਤੁਸੀਂ ਇਹ ਸੰਸਾਰ ਵਿੱਚ ਆਏ ਹੋ। ਆਪਾਂ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਭੇਜੇ ਹੋਏ ਆਏ ਹਨ। ਨਿਰੰਕਾਰ ਦੇ ਹੁਕਮ ਦੇ ਵਿੱਚ ਸੰਸਾਰ ਦੇ ਵਿੱਚ ਸਾਡੇ ਸਾਰਿਆਂ ਦਾ ਜਨਮ ਹੋਇਆ। ਤੋ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭੇਜੇ ਹੋਏ ਤੁਸੀਂ ਇਹ ਸੰਸਾਰ ਵਿੱਚ ਆਏ ਹੋ, ਭਾਈ ਉਸੇ ਨੇ ਤੁਹਾਨੂੰ ਆਪਣੀ ਹਜ਼ੂਰੀ ਵਿੱਚ ਸਤ ਸੰਗਤ ਵਿੱਚ ਬੁਲਾਇਆ। ਆਖੋ ਸਤਨਾਮ ਸ੍ਰੀ
ਸਤਿਗੁਰਾਂ ਦੇ ਹੁਕਮ ਨਾਲ ਗੁਰੂ ਕੀ ਸੰਗਤ ਵਿੱਚ ਆਏ ਆ। ਸਾਡਾ ਕੋਈ ਜ਼ੋਰ ਤਾਂ ਨਹੀਂ ਹੈ, ਸਾਡਾ ਕੋਈ ਬਲ ਜਾਂ ਕੋਈ ਸਾਡੀ ਸਿਆਣਪ ਜਾਂ ਕੋਈ ਸਾਡੀ ਚਤਰਾਈ ਥੋੜੀ ਹੈ। ਸਤਿਗੁਰੂ ਜੀ ਨੇ ਆਪ ਕਿਰਪਾ ਕੀਤੀ ਸਾਡੇ ਤੇ, ਸਿਰ ਤੇ ਮਿਹਰਾਂ ਭਰਿਆ ਹੱਥ ਰੱਖਿਆ, ਸਾਨੂੰ ਆਪਣੀ ਸੰਗਤ ਵਿੱਚ ਬੁਲਾਇਆ। ਤਿਨਹੈ ਬੁਲਾਏ, ਇੱਥੇ ਸੰਗਤ ਵਿੱਚ ਬੁਲਾਇਆ, ਸਤ ਸੰਗਤ ਰੂਪੀ ਘਰ ਵਿੱਚ ਬੁਲਾਇਆ। ਇੱਥੇ ਆ ਕੇ ਪਤਾ ਲੱਗਾ ਕਿ ਆਪਣਾ ਨਿਜ ਘਰ ਕਿਹੜਾ। ਸਤ ਸੰਗਤ ਵਿੱਚ ਆ ਕੇ ਇਸ ਗੱਲ ਦਾ ਬੋਧ ਹੋਇਆ, ਗਿਆਨ ਹੋਇਆ ਕਿ ਨਿਜ ਘਰ ਕਿਹੜਾ। ਤੋ ਸਤ ਸੰਗਤ ਵਿੱਚ ਸਤਿਗੁਰੂ ਜੀ ਨੇ ਦੱਸਿਆ ਕਿ ਜਿਹੜਾ ਅਚਲ ਸੁਖ ਹੈ, ਉਸ ਅਚਲ ਸੁਖ ਦੇ ਸਹਿਤ ਤੂੰ ਆਪਣੇ ਨਿਜ ਘਰ ਵਿੱਚ ਆ, ਜਿਸ ਘਰ ਦੇ ਵਿੱਚੋਂ ਬਾਹਰ ਭਟਕਦਿਆਂ ਤੈਨੂੰ ਬੜਾ ਸਮਾਂ ਹੋ ਗਿਆ। ਆਪਣੇ ਨਿਜ ਘਰ ਵਿੱਚ। ਨਿਜ ਘਰ ਕਿਹੜਾ? ਸਾਡਾ ਨਿਜ ਆਤਮ ਸਵਰੂਪ ਸਾਡਾ ਨਿਜ ਘਰ ਹੈ। ਉਹ ਆਤਮਾ ਦਾ ਸਵਰੂਪ ਜਿਸ ਦੀ ਸਾਨੂੰ ਬਿਸਿਮਰਤੀ ਹੋਈ ਹੈ, ਉਹ ਆਤਮ ਸਵਰੂਪ ਜੋ ਸਾਨੂੰ ਭੁੱਲਿਆ ਹੋਇਆ ਹੈ। ਮਹਾਰਾਜ ਜੀ ਕਹਿੰਦੇ ਆਪਣੇ ਐਸੇ ਨਿਜ ਘਰ ਦੇ ਵਿੱਚ ਆਉਣਾ ਕਰੋ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨਾ, ਨਿਹਚਲ ਰਾਜ ਕਮਾਓ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਮਹਾਰਾਜ ਜੀ ਫੁਰਮਾਨ ਕਰਦਿਆਂ ਕਹਿੰਦੇ ਕਿ ਜੋ ਆਨੰਦ ਸਰੂਪ ਤੇ ਮੰਗਲ ਸਰੂਪ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ, ਉਹਦੇ ਗੁਣ ਗਾਓ। ਪਰਮੇਸ਼ਰ ਆਨੰਦ ਸਵਰੂਪ ਵੀ ਹੈ, ਪਰਮੇਸ਼ਰ ਮੰਗਲਮਈ ਸਵਰੂਪ ਵੀ ਹੈ, ਉਸ ਦੇ ਗੁਣ ਗਾਓ। ਔਰ ਸਹਿਜ ਧੁਨ, ਮਿੱਠੀ ਮਿੱਠੀ ਆਵਾਜ਼ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਓ। ਔਰ ਗੁਰਤਾ ਗੱਦੀ ਰੂਪੀ ਇਸ ਨਿਸ਼ਚਲ ਥਾਂ ਤੇ ਬੈਠ ਕੇ ਰਾਜ ਕਮਾਵੋ। ਭਾਵ ਸੰਗਤਾਂ ਨੂੰ ਦਰਸ਼ਨ ਦਿਓ ਔਰ ਉਹਨਾਂ ਨੂੰ ਉਪਦੇਸ਼ ਦਿਓ। ਫਿਰ ਇਸ ਤਰ੍ਹਾਂ ਅਰਥ ਜੋ ਸਾਰੇ ਪ੍ਰਾਣੀਆਂ ਵਾਸਤੇ ਸਾਂਝਾ ਹੈ। ਹੇ ਭਾਈ, ਜੋ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜੋ ਮੰਗਲਮਈ ਸਵਰੂਪ ਅਕਾਲ ਪੁਰਖ ਪਰਮੇਸ਼ਰ ਹੈ, ਉਹਦੇ ਗੁਣਾਂ ਨੂੰ ਗਾਇਨ ਕਰੋ। ਮਿੱਠੀ ਮਿੱਠੀ ਆਵਾਜ਼ ਵਿੱਚ ਸ਼ਾਂਤੀ ਸਹਿਤ ਟਿਕਾ ਨਾਲ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰੋ। ਕਾਹਲੀ ਕਾਹਲੀ ਨਹੀਂ। ਇਹ ਨਹੀਂ ਇਸ਼ਨਾਨ ਕਰਦਿਆਂ ਜਪਜੀ ਸਾਹਿਬ ਦਾ ਪਾਠ ਕਿਹੜੇ ਵੇਲੇ ਪੂਰਾ ਹੋ ਗਿਆ, ਕਿਹੜੇ ਵੇਲੇ ਜਾਪ ਸਾਹਿਬ ਪੜ੍ਹ ਕੇ ਸਮਾਪਤੀ ਕਰ ਦਿੱਤੀ, ਪਤਾ ਹੀ ਨਹੀਂ ਲੱਗਾ। ਸਹਿਜ ਧੁਨ ਦਾ ਮਤਲਬ ਟਿਕਾ ਨਾਲ, ਸ਼ਾਂਤੀ ਨਾਲ, ਇੱਕ ਇੱਕ ਅੱਖਰ ਨੂੰ ਸਮਝਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰੋ। ਜਦੋਂ ਇਸ ਤਰ੍ਹਾਂ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰੋਗੇ ਤਾਂ ਤੁਹਾਨੂੰ ਨਿਹਚਲ ਪਦਵੀ, ਜਿਸ ਪਦਵੀ ਤੇ ਜਾ ਕੇ ਚਲਾਏਮਾਨ ਨਹੀਂ ਹੋਣਾ ਪੈਂਦਾ, ਉਸ ਪਦਵੀ ਦੇ ਸੁੱਖ ਨੂੰ ਤੁਸੀਂ ਫਿਰ ਮਾਣੋਗੇ। ਉਹ ਪਦਵੀ ਦਾ ਸੁੱਖ ਤੁਹਾਨੂੰ ਪ੍ਰਾਪਤ ਹੋਵੇਗਾ ਜਿਹਨੂੰ ਨਿਹਚਲ ਘਰ ਕਹਿੰਦੇ ਆ। ਫਿਰ ਨਿਹਚਲ ਨਾਮ ਪਰਮੇਸ਼ਵਰ ਦਾ, ਅਕਾਲ ਪੁਰਖ ਦਾ ਵੀ ਹੈ, ਕਿਉਂਕਿ ਉਹ ਚਲਾਏਮਾਨ ਨਹੀਂ ਹੈ। ਰਾਜ ਦਾ ਅਰਥ ਹੁੰਦਾ ਹੁਕਮ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਹੁਕਮ ਹੈ ਉਹਦੀ ਕਮਾਈ ਕਰੋ। ਨਿਹਚਲ ਰਾਜ ਕਮਾਓ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਹੁਕਮ ਕਰਦੇ ਨੇ, ਉਸ ਹੁਕਮ ਦੀ ਕਮਾਈ ਕਰੋ। ਤੁਮ ਘਰ ਆਵੋ ਮੇਰੇ ਮੀਤ। ਹੇ ਮੇਰੇ ਮਨ, ਮੇਰੇ ਮਿੱਤਰ, ਤੈਨੂੰ ਬਾਹਰ ਭਟਕਦਿਆਂ ਬੜਾ ਸਮਾਂ ਹੋ ਗਿਆ, ਹੁਣ ਵਾਪਸ ਪਰਤਿਆ ਆਪਣੇ ਨਿਜ ਘਰ ਦੇ ਵਿੱਚ। ਹੇ ਮੇਰਿਆ ਮਨਾ, ਤੂੰ ਵਾਪਸ ਮੁੜਿਆ, ਆਪਣੇ ਨਿਜਾ ਆਨੰਦ ਦੇ ਵਿੱਚ ਆ ਕੇ ਲੀਨ ਹੋ ਜਾ। ਤੁਮਰੇ ਦੋਖੀ ਹਰਿ ਆਪ ਨਿਵਾਰੇ, ਆਪਦਾ ਭਈ ਬਤੀਤ। ਤੇਰੇ ਜਿਹੜੇ ਦੋਖੀ ਸੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦੋਖੀਆਂ ਨੂੰ ਹਰੀ ਪ੍ਰਭੂ ਨੇ ਆਪ ਕਿਰਪਾ ਕਰਕੇ ਨਿਵਾਰ ਦਿੱਤਾ, ਦੂਰ ਕਰ ਦਿੱਤਾ। ਔਰ ਤੇਰੇ ਜਨਮ ਤੇ ਮਰਨ ਦੀ ਜਿਹੜੀ ਆਪਦਾ ਸੀ, ਉਹ ਆਪਦਾ ਵੀ ਹੁਣ ਬੀਤ ਗਈ ਹੈ। ਭਾਵ ਤੈਨੂੰ ਹੁਣ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਭਟਕਣਾ ਪਵੇਗਾ। ਗੁਰੂ ਹਰਗੋਬਿੰਦ ਸਾਹਿਬ ਨੂੰ ਸੰਬੋਧਨ ਕਰਦਿਆਂ ਕਹਿੰਦੇ ਪੰਜਵੇਂ ਪਾਤਸ਼ਾਹ, ਕਿਉਂਕਿ ਜਿਹੜੀ ਅੰਸ਼ ਛੇਵੇਂ ਪਾਤਸ਼ਾਹ ਵਿੱਚ ਹੈ ਉਹੀ ਗੁਰੂ ਅਰਜਨ ਸਾਹਿਬ ਵਿੱਚ ਹੈ। ਉਸ ਅੰਸ਼ ਨੂੰ ਚੇਤੇ ਕਰਦਿਆਂ ਮਿੱਤਰ ਸ਼ਬਦ ਨਾਲ ਸੰਬੋਧਨ ਕਰਦਿਆਂ ਕਹਿੰਦੇ, ਮੇਰੇ ਮਿੱਤਰ ਹੁਣ ਆਪਣੇ ਘਰ ਆਓ। ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲਾਂ ਵਿੱਚ ਤੁਹਾਡੇ ਜਿਹੜੇ ਦੋਖੀ ਸੀ, ਸੁਲੀ ਖਾਂ ਵਰਗੇ, ਸੁਲਭੀ ਖਾਂ ਵਰਗੇ, ਉਹ ਪਰਮੇਸ਼ਰ ਨੇ ਆਪ ਨਿਵਾਰ ਦਿੱਤੇ ਨੇ।
ਔਰ ਜਿਹੜੀ ਆਪਦਾ ਸੀ, ਦੁੱਖ ਸੀ, ਉਹ ਹੁਣ ਬੀਤ ਗਿਆ ਹੈ। ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਨਾਸਨ ਭਾਜਨ ਥਾਕੇ। ਕਰਨਹਾਰ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਨੂੰ ਪ੍ਰਗਟ ਕਰ ਦਿੱਤਾ ਹੈ। ਹੁਣ ਤੁਹਾਡਾ ਨੱਸਣਾ ਭੱਜਣਾ ਥੱਕ ਗਿਆ ਹੈ, ਰਹਿਤ ਹੋ ਗਏ ਨੱਸਣ ਭੱਜਣ ਤੋਂ। ਹੁਣ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੰਦੇ ਆ, ਕਹਿੰਦੇ ਭਾਈ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਨੇ ਜਦੋਂ ਤੁਹਾਡੇ ਅੰਦਰ ਆਪਣਾ ਆਪ ਪ੍ਰਗਟ ਕਰ ਦਿੱਤਾ, ਆਪਣਾ ਆਪ ਸਾਖਸ਼ਾਤਕਾਰ ਕਰ ਦਿੱਤਾ, ਜਿਸ ਨੂੰ ਬ੍ਰਹਮ ਗਿਆਨ ਦੀ ਅਵਸਥਾ ਕਹਿੰਦੇ ਨੇ, ਕਹਿੰਦੇ ਪ੍ਰਭੂ ਨੇ, ਕਰਨਹਾਰ ਵਾਹਿਗੁਰੂ ਨੇ ਜਦੋਂ ਤੁਹਾਡੇ ਅੰਦਰ ਆਪਣਾ ਆਪ ਪ੍ਰਗਟ ਕਰ ਦਿੱਤਾ, ਹੁਣ ਨੱਸਣ ਭੱਜਣ ਤੋਂ ਥੱਕ ਕੇ ਰਹਿਤ ਹੋ ਗਏ, ਭਾਵ ਹੁਣ ਭਟਕਣ ਮੁੱਕ ਗਈ। ਨਾਸਨ ਦਾ ਅਰਥ ਮਹਾਂਪੁਰਸ਼ਾਂ ਨੇ ਨਾਸਤਿਕਤਾ ਵੀ ਕੀਤਾ, ਤੇ ਭਾਜਨ ਦਾ ਅਰਥ ਹੁੰਦਾ ਪਾਤਰ। ਜੋ ਨਾਸਤਿਕਤਾ ਦੇ ਪਾਤਰ ਬਣੇ ਹੋਏ ਸੀ ਉਹ ਹੁਣ ਥੱਕ ਗਏ, ਭਾਵ ਹੁਣ ਹਿਰਦੇ ਚੋਂ ਨਾਸਤਿਕਤਾ ਚਲੀ ਗਈ। ਹੁਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੋਂਦ ਨੂੰ ਆਪਣੇ ਹਿਰਦੇ ਵਿੱਚ ਮਹਿਸੂਸ ਕਰ ਲਿਆ। ਨਹੀਂ ਤਾਂ ਪਹਿਲਾਂ ਨਾਸਤਿਕਤਾ ਇਹ ਵੀ ਹੈ, ਖਬਰੇ ਰੱਬ ਹੈ ਕਿ ਨਹੀਂ, ਖਬਰੇ ਪਰਮੇਸ਼ਰ ਹੈ ਕਿ ਨਹੀਂ, ਇਹ ਨਾਸਤਿਕਤਾ ਹੈ ਮਨੁੱਖਾਂ ਦੇ ਹਿਰਦਿਆਂ 'ਚ। ਕਹਿੰਦੇ ਹੁਣ ਇਹ ਨਾਸਤਿਕਤਾ ਹਿਰਦੇ ਚੋਂ ਚਲੀ ਗਈ ਹੈ, ਕਿਉਂਕਿ ਪ੍ਰਭੂ ਨੇ ਖੁਦ ਆਪ ਆਪਣਾ ਆਪ ਸਾਡੇ ਅੰਦਰ ਪ੍ਰਗਟ ਕਰ ਦਿੱਤਾ ਹੈ। ਕਰ ਮੰਗਲ ਵਾਜੇ ਨਿਤ ਵਾਜੇ, ਆਪੁਨੈ ਖਸਮ ਨਿਵਾਜੇ। ਕਹਿੰਦੇ ਹੁਣ ਆਪਣੇ ਖਸਮ ਨੇ ਆਪ ਕਿਰਪਾ ਕਰਕੇ ਸਾਨੂੰ ਨਿਵਾਜ ਲਿਆ, ਰੱਖ ਲਿਆ। ਹੁਣ ਹਿਰਦੇ ਰੂਪੀ ਘਰ ਦੇ ਵਿੱਚ ਵੀ ਮੰਗਲ ਵੱਜ ਟੁਰੇ ਹਨ, ਔਰ ਨਿਤ ਅਨਹਦ ਨਾਦਾਂ ਦੇ ਵਾਜੇ ਜਿਹੜੇ ਨੇ ਉਹ ਹਿਰਦੇ 'ਚ ਵੱਜ ਟੁਰੇ ਹਨ। ਅਸਥਿਰ ਰਹੋ ਡੋਲੋ ਮਤ ਕਾਬੂ, ਗੁਰ ਕੈ ਬਚਨ ਆਧਾਰ। ਹੇ ਭਾਈ ਗੁਰੂ ਦੇ ਬਚਨਾਂ ਦਾ ਆਧਾਰ ਲਵੋ, ਗੁਰੂ ਦੇ ਬਚਨਾਂ ਦਾ ਆਸਰਾ ਲਵੋ, ਔਰ ਗੁਰੂ ਦੇ ਬਚਨਾਂ ਦਾ ਆਸਰਾ ਲੈ ਕੇ ਸਦਾ ਵਾਸਤੇ ਸਥਿਰ ਹੋ ਜਾਓ, ਅਡੋਲ ਹੋ ਜਾਓ, ਡੋਲਣ ਦੀ ਲੋੜ ਨਹੀਂ। ਗੁਰੂ ਕੇ ਸ਼ਬਦ ਦੁਆਰਾ ਅਡੋਲ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਜਿਸ ਵਕਤ ਸਤਿਗੁਰਾਂ ਦਾ ਸ਼ਬਦ, ਗੁਰੂ ਕਾ ਉਪਦੇਸ਼ ਹਿਰਦੇ 'ਚ ਵਸ ਜਾਵੇ ਤਾਂ ਇਹ ਮਨ ਅਡੋਲ ਹੋ ਜਾਂਦਾ ਹੈ। ਇਸ ਕਰਕੇ ਕਹਿੰਦੇ ਭਾਈ ਅਸਥਿਰ ਹੋ ਜਾਓ, ਟਿਕ ਜਾਓ, ਡੋਲਣ ਦੀ ਲੋੜ ਨਹੀਂ, ਮਤਾ ਡੋਲਦੇ ਫਿਰੋ। ਮਹਾਰਾਜ ਜੀ ਅਡੋਲ ਕਿਵੇਂ ਹੋਈਏ? ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਗੁਰੂ ਕੇ ਬਚਨਾਂ ਦੇ ਆਸਰੇ ਨੂੰ ਗ੍ਰਹਿਣ ਕਰਕੇ। ਜਦੋਂ ਤੁਸੀਂ ਗੁਰੂ ਦੇ ਬਚਨਾਂ ਦਾ ਆਸਰਾ ਗ੍ਰਹਿਣ ਕਰੋਗੇ, ਗੁਰੂ ਦਾ ਆਸਰਾ ਲਵੋਗੇ, ਤਾਂ ਗੁਰੂ ਦੇ ਆਸਰੇ ਨੂੰ ਗ੍ਰਹਿਣ ਕੀਤਿਆਂ ਤੁਸੀਂ ਸदैवी ਕਾਲ ਲਈ ਅਡੋਲ ਪਦਵੀ ਨੂੰ ਪ੍ਰਾਪਤ ਹੋਵੋਗੇ। ਜੈ ਜੈਕਾਰ ਸਗਲ ਭੂ ਮੰਡਲ, ਮੁਖ ਊਜਲ ਦਰਬਾਰ। ਹੁਣ ਸਾਰੀ ਭੂ ਮੰਡਲ ਧਰਤੀ ਦੇ ਉੱਤੇ ਤੁਹਾਡੀ ਜੈ ਜੈਕਾਰ ਹੋਵੇਗੀ, ਔਰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਵਿੱਚ ਵੀ ਤੁਹਾਡੇ ਮੁਖ ਉਜਵਲ ਹੋਣਗੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕਹਿ ਰਹੇ ਨੇ ਗੁਰੂ ਅਰਜਨ ਸਾਹਿਬ ਕਿ ਇਸ ਧਰਤੀ ਤੇ ਸਾਰੀ ਜਗਤ ਵਿੱਚ ਤੁਹਾਡੀ ਜੈ ਜੈਕਾਰ ਹੋਵੇਗੀ, ਔਰ ਨਿਰੰਕਾਰ ਦੇ ਅਕਾਲ ਪੁਰਖ ਦੇ ਦਰਬਾਰ ਵਿੱਚ ਵੀ ਤੁਹਾਡਾ ਮੁਖ ਉਜਵਲ ਹੈ। ਜਿਨ ਕੇ ਜੀਉ ਤਿਨੈ ਹੀ ਫੇਰੇ, ਆਪੇ ਭਇਆ ਸਹਾਈ। ਜਿਹੜੇ ਸੁਲੀ ਖਾਂ ਵਰਗੇ, ਸੁਲਭੀ ਖਾਂ ਵਰਗੇ ਚੜ ਚੜ ਕੇ ਆਉਂਦੇ ਸਨ ਸ੍ਰੀ ਅੰਮ੍ਰਿਤਸਰ ਸਾਹਿਬ, ਇਹ ਪਰਮੇਸ਼ਰ ਦੇ ਹੀ ਜੀ ਸੀ ਨਾ, ਤੇ ਪਰਮੇਸ਼ਰ ਨੇ ਇਹਨਾਂ ਨੂੰ ਆਪ ਹੀ ਰਸਤਿਓਂ ਫੇਰ ਦਿੱਤਾ, ਇਹ ਪਹੁੰਚ ਹੀ ਨਾ ਸਕੇ। ਆਪ ਵਾਹਿਗੁਰੂ ਜੀ ਨੇ ਤੁਹਾਡੀ ਸਹਾਇਤਾ ਕੀਤੀ ਹੈ। ਫਿਰ ਦੂਸਰਾ ਸਿਧਾਂਤਕ ਅਰਥ, ਜਿਨ ਕੇ ਜੀ ਤਿਨੈ ਹੀ ਫੇਰੇ। ਇਹ ਸੰਸਾਰ ਦੇ ਆਪਾਂ ਜਿੰਨੇ ਵੀ ਜੀ ਹਾਂ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜੀ ਹਾਂ, ਤੋ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਜੀ ਨੇ ਉਸੇ ਨੇ ਹੀ ਸੰਸਾਰ ਵੱਲੋਂ ਇਹਨਾਂ ਜੀਆਂ ਨੂੰ ਉਪਰਾਮਤਾ ਦਿੱਤੀ ਹੈ। ਸੰਸਾਰ ਵੱਲੋਂ ਉਪਰਾਮਤਾ ਦੀ ਬਿਰਤੀ, ਉਦਾਸੀਨਤਾ ਦੀ ਬਿਰਤੀ ਉਸੇ ਅਕਾਲ ਪੁਰਖ ਪਰਮੇਸ਼ਰ ਨੇ ਦਿੱਤੀ ਹੈ, ਜਿਸ ਨੂੰ ਆਪਾਂ ਵੈਰਾਗ ਕਹਿੰਦੇ ਹਾਂ। ਗੁਰੂ ਖਾਲਸਾ ਜੀ, ਪਰਮ ਵੈਰਾਗ ਜਦੋਂ ਤੱਕ ਹਿਰਦੇ ਵਿੱਚ ਨਾ ਉਪਜੇ,
ਉਦੋਂ ਤੱਕ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਵੱਲ ਨਹੀਂ ਟੁਰਿਆ ਜਾ ਸਕਦਾ। ਪਰਮ ਵੈਰਾਗ ਦਾ ਮਤਲਬ ਸ੍ਰੇਸ਼ਟ ਵੈਰਾਗ ਜੋ ਗ੍ਰਸਥ ਆਸ਼ਰਮ ਦੇ ਵਿੱਚ ਰਹਿੰਦਿਆਂ ਵੀ ਪਾਲਿਆ ਜਾ ਸਕਦਾ ਹੈ। ਮਹਾਰਾਜ ਜੀ ਕਹਿੰਦੇ ਜਿਸ ਵਾਹਿਗੁਰੂ ਪਰਮੇਸ਼ਰ ਦੇ ਜੀ ਨੇ ਉਸੇ ਨੇ ਸੰਸਾਰ ਵੱਲੋਂ ਜੀਆਂ ਦੇ ਹਿਰਦੇ 'ਚੋਂ ਪ੍ਰਾਮਤਾ ਪੈਦਾ ਕਰਕੇ ਆਪ ਜੀਵ ਦੀ ਸਹਾਇਤਾ ਕੀਤੀ। ਆਪੇ ਭਇਆ ਸਹਾਈ, ਖੁਦ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਸੰਸਾਰ ਦੇ ਜੀਆਂ ਦੇ ਸਹਾਈ ਹੋਏ ਨੇ, ਮਦਦਗਾਰ ਹੋਏ ਹਨ। ਅਚਰਜ ਕੀਆ ਕਰਣ ਹਾਰਾ, ਨਾਨਕ ਸੱਚ ਵਡਿਆਈ। ਕਰਨਹਾਰ ਵਾਹਿਗੁਰੂ ਪਰਮੇਸ਼ਰ ਨੇ ਬੜਾ ਅਸਚਰਜ ਕੀਤਾ, ਜੀਵ ਤੇ ਈਸ਼ਵਰ ਦੀ ਅਭੇਦਤਾ ਕਰਾ ਦਿੱਤੀ। ਇਹ ਅਸਚਰਜ ਹੀ ਹੈ ਨਾ ਕਿ ਜੀਵ ਈਸ਼ਵਰ ਨੂੰ ਇੱਕ ਮਿਕ ਕਰਕੇ ਬ੍ਰਹਮ ਰੂਪ ਆਪਣਾ ਰੂਪ ਬਣਾ ਲਿਆ। ਬ੍ਰਹਮ, ਈਸ਼ ਔਰ ਜੀਵ, ਇਦਾਂ ਤਿੰਨਾਂ ਰੂਪਾਂ ਦੇ ਵਿੱਚ ਜਦੋਂ ਵੰਡ ਕਰੀਏ ਤੇ ਜੀਵ ਦਾ ਜੀਵ ਪੁਣਾ ਛੱਡ ਕੇ ਈਸ਼ ਦਾ ਈਸ਼ਵਰ ਪੁਣਾ ਤਿਆਗ ਕੇ ਪਿੱਛੇ ਜੋ ਬਾਕੀ ਬਚਦਾ ਉਹਨੂੰ ਕਹਿੰਦੇ ਨੇ ਬ੍ਰਹਮ। ਉਹ ਬ੍ਰਹਮ ਸਰੂਪ ਹੋ ਗਿਆ। ਤੋ ਜੀਵ ਤੇ ਈਸ਼ਵਰ ਦੀ ਅਭੇਦਤਾ ਦਾ ਇਹ ਅਸਚਰਜ ਕਾਰਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ, ਸਤਿਗੁਰੂ ਜੀ ਨੇ ਕਰ ਦਿੱਤਾ ਹੈ। ਇਹ ਵਡਿਆਈ ਆਪਣੇ ਆ ਭਗਤਾਂ ਨੂੰ ਸਤਿਗੁਰੂ ਜੀ ਨੇ ਪ੍ਰਦਾਨ ਕੀਤੀ ਹੈ। ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਦੀ ਜੋ ਇਸ ਪਵਿੱਤਰ ਸਥਾਨ ਤੇ ਚੱਲ ਰਹੀ ਹੈ ਨਿਰੰਤਰ, ਰਾਮ ਕਲੀ ਰਾਗ ਦੀ ਪ੍ਰਾਰੰਭਤਾ ਹੋ ਰਹੀ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸ਼ਬਦ ਇੱਥੋਂ ਆਰੰਭ ਹੋ ਰਹੇ ਨੇ। ਰਾਮ ਕਲੀ ਰਾਗ ਜ਼ਿਆਦਾ ਤੌਰ ਤੇ ਯੋਗੀ ਲੋਕ ਵਰਤਿਆ ਕਰਦੇ ਸਨ ਇਸ ਰਾਗ ਦੀ ਵਰਤੋਂ। ਜਗਤ ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਜੋਗੀਆਂ ਨੂੰ ਮਿਲਦੇ ਨੇ, ਸਿੱਧਾਂ ਨੂੰ ਮਿਲਦੇ ਨੇ, ਉਹਨਾਂ ਨਾਲ ਚਰਚਾ ਕਰਦੇ ਨੇ ਤੇ ਬਹੁਤ ਸਾਰੇ ਸ਼ਬਦ ਸਤਿਗੁਰੂ ਜੀ ਨੇ ਰਾਮ ਕਲੀ ਰਾਗ ਦੇ ਵਿੱਚ ਉਚਾਰਨ ਕੀਤੇ ਨੇ। ਸਿੱਧ ਗੋਸ਼ਟ ਅੰਮ੍ਰਿਤ ਬਾਣੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਇਹ ਗੁਰਦੇਵ ਨੇ ਰਾਮ ਕਲੀ ਰਾਗ ਦੇ ਵਿੱਚ ਹੀ ਰਚੀ ਹੈ। ਗੁਰੂ ਅਰਜਨ ਸਾਹਿਬ ਦੇ ਬਹੁਤ ਸਾਰੇ ਸ਼ਬਦ ਜੋ ਯੋਗੀਆਂ ਦੇ ਨਾਲ ਗੁਫ਼ਤਗੂ ਕਰਦਿਆਂ ਵਿਚਾਰ ਕਰਦਿਆਂ ਮਹਾਰਾਜ ਜੀ ਨੇ ਉਚਾਰੇ। 18ਵਾਂ ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਮ ਕਲੀ। ਪ੍ਰਾਰੰਭ ਹੋ ਰਿਹਾ ਹੈ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਿਨਾਮ ਸ਼੍ਰੀ। ਰਾਮ ਕਲੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੀ। ਇੱਕ ਓੰਕਾਰ। ਰਾਮ ਕਲੀ ਰਾਗ ਹੈ। ਪਹਿਲੇ ਪਾਤਸ਼ਾਹ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਨੇ। ਪਹਿਲੇ ਘਰ ਸੁਰਤਾਲ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਚੌਪਦੇ 4 ਪਦਿਆਂ ਵਾਲਾ ਇਹ ਪਵਿੱਤਰ ਅੰਮ੍ਰਿਤ ਬਚਨ ਹੈ। ਮਹਾਰਾਜ ਜੀ ਰਾਮ ਕਲੀ ਰਾਗ ਦੀ ਆਰੰਭਤਾ ਹੋ ਰਹੀ, ਇਸ ਕਰਕੇ ਮੰਗਲਾਚਰਨ ਕਰਦੇ ਹਨ। ਇੱਕ ਦਾ ਮਤਲਬ ਹੁੰਦਾ ਅਦੁੱਤੀ, ਜਿਸ ਵਰਗਾ ਕੋਈ ਦੂਜਾ ਨਹੀਂ, ਜੋ ਸਜਾਤੀ ਵਿਜਾਤੀ ਔਰ ਸਾਬਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ, ਉਹਨੂੰ ਕਹਿੰਦੇ ਨੇ ਇੱਕ। ਓੰਕਾਰ ਜੋ ਸਰਬ ਦਾ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਜਿਤਨਾ ਕੁਝ ਸੂਖਸ਼ਮ ਹੁੰਦਾ ਚਲਿਆ ਜਾਏਗਾ ਉਹ ਸੂਖਸ਼ਮ ਸਥੂਲ ਨਾਲੋਂ ਬਹੁਤ ਵਿਆਪਕ ਹੁੰਦਾ ਚਲਾ ਜਾਏਗਾ। ਇਹ ਸਿਧਾਂਤ ਹੈ। ਜਿਤਨਾ ਸੂਖਸ਼ਮ ਹੋਵੇਗਾ ਉਤਨਾ ਹੀ ਵਿਆਪਕ ਹੋਵੇਗਾ, ਜਿਤਨਾ ਸਥੂਲ ਹੋਵੇਗਾ ਉਹ ਉਤਨਾ ਹੀ ਥੋੜੇ ਦਾਇਰੇ ਦੇ ਵਿੱਚ ਰਹੇਗਾ। ਇਸ ਤਰ੍ਹਾਂ ਵਿਦਵਾਨ ਅਰਥ ਕਰਦੇ ਨੇ, ਧਰਤੀ ਸਥੂਲ ਹੈ, ਧਰਤੀ ਨਾਲੋਂ ਵੱਧ ਸੂਖਸ਼ਮ ਜਲ ਹੈ। ਧਰਤੀ ਸਥੂਲ ਹੈ, ਇਹਨੂੰ ਕੱਪੜੇ ਦੇ ਵਿੱਚ ਇਹਦੇ ਜਿਹੜੇ ਪੱਥਰ ਡਲੇ ਵਗੈਰਾ ਨੇ ਉਹ ਰੱਖੇ ਜਾ ਸਕਦੇ ਨੇ।
ਪਰ ਪਾਣੀ ਇਸ ਧਰਤੀ ਨਾਲੋਂ ਵੱਧ ਸੂਖਮ ਹੈ, ਉਹਨੂੰ ਤੁਸੀਂ ਕੱਪੜੇ ਵਿੱਚ ਨਹੀਂ ਢੱਕ ਸਕਦੇ। ਇਸ ਕਰਕੇ ਧਰਤੀ ਨਾਲੋਂ ਕਈ ਗੁਣਾ ਵੱਧ ਪਾਣੀ ਹੈ, ਕਿਉਂਕਿ ਧਰਤੀ ਨਾਲੋਂ ਵੱਧ ਸੂਖਮ ਪਾਣੀ ਹੈ ਔਰ ਪਾਣੀ ਧਰਤੀ ਨਾਲੋਂ ਕਈ ਗੁਣਾ ਵੱਧ ਹੈ। ਪਾਣੀ ਨਾਲੋਂ ਸੂਖਮ ਅਗਨੀ ਹੈ। ਅਗਨੀ ਪਾਣੀ ਨਾਲੋਂ ਵੀ ਵੱਧ ਸੂਖਮ ਹੈ। ਕਿਉਂ? ਪਾਣੀ ਨੂੰ ਤੁਸੀਂ ਕਿਸੇ ਘੜੇ ਆਦਿਕ ਦੇ ਵਿੱਚ ਇਕੱਠਾ ਕਰਕੇ ਰੱਖ ਸਕਦੇ ਹੋ, ਪਰ ਅਗਨੀ ਨੂੰ ਨਹੀਂ ਰੱਖ ਸਕਦੇ। ਅਗਨੀ ਨੂੰ ਕਿਸੇ ਘੜੇ ਆਦਿਕ ਵਿੱਚ ਤੁਸੀਂ ਇਕੱਠਾ ਕਰਕੇ ਨਹੀਂ ਰੱਖ ਸਕਦੇ। ਅਗਨੀ ਪਾਣੀ ਦਾ ਕਾਰਨ ਵੀ ਹੈ, ਕਿਉਂਕਿ ਜਦੋਂ ਸਾਡੇ ਸਰੀਰ ਦੇ ਵਿੱਚ ਅਗਨੀ ਵੱਧਦੀ ਹੈ ਤੇ ਸਰੀਰ 'ਚੋਂ ਪਸੀਨਾ ਪੈਦਾ ਹੁੰਦਾ ਹੈ। ਇਹਦਾ ਮਤਲਬ ਹੈ ਕਿ ਪਾਣੀ ਦਾ ਕਾਰਨ ਉਹ ਸਾਡੇ ਅੰਦਰ ਜਾਂ ਸਾਰੇ ਸੰਸਾਰ ਦੇ ਵਿੱਚ ਜਿਹੜੀ ਅਗਨੀ ਹੈ, ਉਹ ਅਗਨੀ ਹੀ ਜਲ ਦਾ ਕਾਰਨ ਹੈ। ਜਿਹੜੇ ਮੀਂਹ ਵਰਸਦੇ ਨੇ ਇਹ ਵੀ ਅਗਨੀ ਤੱਤਵ ਕਰਕੇ ਹੀ ਹੈ ਨਾ। ਅਗਨੀ ਕਰਕੇ ਪਾਣੀ ਵਾਸ਼ਪੀਕਰਨ ਹੋ ਕੇ ਉੱਡਦਾ, ਹਵਾ ਦੁਆਰਾ ਬੱਦਲਾਂ ਦੇ ਰੂਪ ਦੇ ਵਿੱਚ ਵਰਸਦਾ ਹੈ। ਹੁਣ ਪਾਣੀ ਨਾਲੋਂ 10 ਗੁਣਾ ਵੱਧ ਅਗਨੀ ਤੱਤਵ ਹੈ। ਅਗਨੀ ਪਾਣੀ ਨਾਲੋਂ ਸੂਖਮ ਹੈ ਔਰ 10 ਗੁਣਾ ਵੱਧ ਅਗਨੀ ਹੈ। ਹੁਣ ਅਗਨੀ ਨਾਲੋਂ ਸੂਖਮ ਵਾਯੂ ਹੈ। ਵਾਯੂ ਹਵਾ, ਉਹ ਅਗਨੀ ਨਾਲੋਂ ਵੀ ਵੱਧ ਸੂਖਮ ਹੈ। ਕਿਵੇਂ ਸੂਖਮ ਹੈ? ਅਗਨੀ ਨੂੰ ਵੇਖ ਸਕਦੇ ਹਾਂ, ਵਾਯੂ ਨੂੰ ਵੇਖ ਨਹੀਂ ਸਕਦੇ। ਅੱਗ ਨੂੰ ਤੁਸੀਂ ਕਿਸੇ ਭਾਂਡੇ 'ਚ ਪਾ ਕੇ ਨਹੀਂ ਰੱਖ ਸਕਦੇ, ਉਹਦਾ ਵਿਸਥਾਰ ਹੈ, ਉਹਨੂੰ ਤੁਸੀਂ ਬੰਨ੍ਹ ਨਹੀਂ ਸਕਦੇ, ਪਰ ਉਹ ਅੱਖਾਂ ਨਾਲ ਵੇਖੀ ਤਾਂ ਜਾ ਸਕਦੀ ਹੈ ਨਾ। ਪਰ ਵਾਯੂ ਅਗਨੀ ਨਾਲੋਂ ਵੀ ਵੱਧ ਸੂਖਮ ਹੈ, ਇਹਨੂੰ ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ। ਔਰ ਵਾਯੂ ਕਰਕੇ ਹੀ ਅਗਨੀ ਹੈ। ਜੇ ਵਾਯੂ ਨਾ ਹੋਵੇ ਤੇ ਅਗਨੀ ਨਹੀਂ ਬਲ ਸਕਦੀ। ਵਾਯੂ ਹੀ ਅਗਨੀ ਨੂੰ ਬੁਝਾਉਂਦੀ ਹੈ, ਵਾਯੂ ਹੀ ਅਗਨੀ ਨੂੰ ਪ੍ਰਚੰਡ ਕਰਦੀ ਹੈ। ਵਾਯੂ ਜਿਹੜੀ ਹੈ ਉਹ ਅਗਨੀ ਦਾ ਕਾਰਨ ਹੈ, ਤੇ ਅਗਨੀ ਦਾ ਕਾਰਨ ਹੋਣ ਕਰਕੇ ਵਾਯੂ ਅਗਨੀ ਤੋਂ ਅਧਿਕ ਸੂਖਮ ਹੈ ਔਰ ਉਹਦੇ ਤੋਂ 10 ਗੁਣਾ ਵੱਧ ਹੈ। ਉਹਦਾ ਵਿਸਥਾਰ ਜਿਹੜਾ ਵਾਯੂ ਦਾ ਉਹ ਅਗਨੀ ਨਾਲੋਂ 10 ਗੁਣਾ ਵੱਧ ਹੈ। ਹੁਣ ਵਾਯੂ ਦਾ ਕਾਰਨ ਹੈ ਆਕਾਸ਼ ਤੱਤਵ। 5 ਤੱਤ ਨੇ ਨਾ, ਤੇ 5ਵਾਂ ਤੱਤਵ ਆਕਾਸ਼। ਆਕਾਸ਼ ਵਾਯੂ ਦਾ ਕਾਰਨ ਹੈ, ਕਿਉਂਕਿ ਆਕਾਸ਼ ਕਰਕੇ ਵਾਯੂ ਟੁਰ ਫਿਰ ਸਕਦੀ ਹੈ। ਹੁਣ ਆਕਾਸ਼ ਵਾਯੂ ਨਾਲੋਂ ਵੀ ਵੱਧ ਸੂਖਮ ਹੈ। ਕਿਵੇਂ? ਵਾਯੂ ਨੂੰ ਅਸੀਂ ਚਮੜੀ ਨਾਲ ਤਾਂ ਸਪਰਸ਼ ਕਰ ਸਕਦੇ ਹਾਂ ਨਾ। ਹਵਾ ਚੱਲਦੀ ਹੋਵੇ ਤੇ ਸਾਡੀ ਚਮੜੀ ਦੱਸ ਦਿੰਦੀ ਵੀ ਹਵਾ ਚੱਲ ਰਹੀ ਹੈ। ਚਮੜੀ ਕਰਕੇ ਅਸੀਂ ਉਹਦਾ ਸਪਰਸ਼ ਦਾ ਗਿਆਨ ਲੈ ਲੈਂਦੇ ਹਾਂ। ਇਸ ਕਰਕੇ ਆਕਾਸ਼ ਨੂੰ ਤਾਂ ਚਮੜੀ ਨਾਲ ਵੀ ਨਹੀਂ ਸਪਰਸ਼ ਕੀਤਾ ਜਾ ਸਕਦਾ, ਅੱਖਾਂ ਨਾਲ ਵੀ ਇਹਨੂੰ ਪੂਰਾ ਤੌਰ ਤੇ ਨਹੀਂ ਵੇਖਿਆ ਜਾ ਸਕਦਾ। ਇਹ ਤਾਂ ਖਾਲੀ ਪੁਲਾੜ ਹੈ। ਵਾਯੂ ਨਾਲੋਂ ਆਕਾਸ਼ ਸੂਖਮ ਹੈ, ਇਸ ਕਰਕੇ ਵਾਯੂ ਨਾਲੋਂ 10 ਗੁਣਾ ਵੱਧ ਆਕਾਸ਼ ਕਿਹਾ ਜਾਂਦਾ ਹੈ। ਹੁਣ ਆਕਾਸ਼ ਤੋਂ ਪਰੇ ਹੈ ਅਗਿਆਨ। ਅਗਿਆਨ ਜਿਹੜਾ ਉਹ ਆਕਾਸ਼ ਦਾ ਕਾਰਨ ਹੈ। ਅਗਿਆਨ ਜਿਹੜਾ ਮੈਂ ਆਕਾਸ਼ ਤੋਂ ਪਰੇ ਕੀ ਹੈ? ਆਪਾਂ ਕੋਈ ਪੁੱਛੇ ਵੀ ਆਕਾਸ਼ ਤੋਂ ਪਰੇ ਕੀ ਹੈ, ਤਾਂ ਆਕਾਸ਼ ਤੋਂ ਪਰੇ ਕਹਾਂਗੇ ਵੀ ਮੈਂ ਨਹੀਂ ਜਾਣਦਾ। ਉਹ ਜਿਹੜਾ ਮੈਂ ਨਹੀਂ ਜਾਣਦਾ ਇਹਨੂੰ ਕਹਿੰਦੇ ਨੇ ਅਗਿਆਨ, ਅਵਿਦਿਆ। ਇਹ ਆਕਾਸ਼ ਦਾ ਕਾਰਨ ਹੈ ਔਰ ਇਹ ਆਕਾਸ਼ ਦਾ ਕਾਰਨ ਹੋਣ ਕਰਕੇ ਉਹਦੇ ਨਾਲੋਂ 10 ਗੁਣਾ ਵੱਧ ਹੈ, ਸੂਖਮ ਹੈ। ਕਿਉਂਕਿ ਆਕਾਸ਼ ਨੂੰ ਅਸੀਂ ਭਾਵੇਂ ਕਿਸੇ ਇੰਦਰੀ ਕਰਕੇ ਸਪਰਸ਼ ਨਹੀਂ ਕਰ ਸਕਦੇ, ਪਰ ਇਹਨੂੰ ਅਨੁਭਵ ਤਾਂ ਕਰ ਸਕਦੇ ਹਾਂ ਨਾ ਵੀ ਇਹ ਆਲੇ ਦੁਆਲੇ ਇਹ ਜਿਹੜਾ ਆਕਾਸ਼ ਹੈ। ਪਰ ਅਗਿਆਨ ਇਹਦੇ ਤੋਂ ਵੀ ਵੱਧ ਸੂਖਮ ਹੈ ਔਰ ਇਹਦੇ ਤੋਂ ਵੀ ਵੱਧ ਵਿਸਥਾਰ ਵਾਲਾ ਹੈ, ਜਿੱਥੇ ਜਾ ਕੇ ਅਸੀਂ ਮਨ ਕਰਕੇ ਹੀ ਸਮਝਦੇ ਹਾਂ ਵੀ ਮੈਂ ਨਹੀਂ ਜਾਣਦਾ। ਅਗਿਆਨ ਉਹਦੇ ਤੋਂ ਵੀ ਵੱਧ ਸੂਖਮ ਹੈ। ਹੁਣ ਅਗਿਆਨ ਤੋਂ ਪਰੇ ਸ਼ਾਸਤਰ ਕਹਿੰਦੇ ਹੈ, ਅਗਿਆਨ ਤੋਂ ਪਰੇ ਕੀ ਹੈ? ਜਦੋਂ ਗੁਰੂ ਸਾਹਿਬ ਦਾ ਤਰਸ ਵਰਤਦਾ ਹੈ, ਕਿਰਪਾ ਵਰਤਦੀ ਹੈ, ਤਾਂ ਅਗਿਆਨ ਤੋਂ ਪਰੇ ਬ੍ਰਹਮ ਦਾ ਸਰੂਪ ਸਾਖਸ਼ਾਤਕਾਰ ਹੁੰਦਾ ਹੈ। ਫਿਰ ਉਹ ਜਿਹੜਾ ਅਗਿਆਨ ਹੈ ਉਹਦੇ ਨਾਲੋਂ ਕਈ ਗੁਣਾ ਵੱਧ ਵਿਸਥਾਰ, ਸੂਖਮ ਤੇ ਵਿਸਥਾਰ ਪੁਣੇ ਦੇ ਵਿੱਚ ਬ੍ਰਹਮ ਦਾ ਹੈ। ਅਗਿਆਨ ਉਸ ਬ੍ਰਹਮ ਦੇ ਸਰੂਪ ਵਿੱਚ ਇਸ ਤਰ੍ਹਾਂ ਹੈ ਜਿਵੇਂ ਸਾਡੇ ਸਰੀਰ ਦੇ ਉੱਤੇ ਕੋਈ ਤਿਲ ਹੋਵੇ ਨਾ, ਨਿੱਕਾ ਜਿਹਾ। ਇੱਦਾਂ ਅਗਿਆਨ ਬ੍ਰਹਮ ਦੇ ਸਰੂਪ ਵਿੱਚ ਇੱਕ ਤਿਲ ਮਾਤਰ ਹੈ
ਔਰ ਬ੍ਰਹਮ ਹੋਰ ਜ਼ਿਆਦਾ ਵਿਆਪਕ ਤੇ ਸੂਖਸ਼ਮ ਹੈ। ਇਦਾਂ ਸੂਖਸ਼ਮ ਤੇ ਵਿਆਪਕ ਦੀ ਵਿਆਖਿਆ ਮਹਾਂਪੁਰਸ਼ ਵਿਦਵਾਨ ਕਰਦੇ ਆ। ਓੰਕਾਰ ਜੋ ਵਿਆਪਕ ਹੈ ਔਰ ਸੂਖਸ਼ਮ ਹੈ, ਜਿਤਨਾ ਸੂਖਸ਼ਮ ਹੋਵੇਗਾ ਉਨਾ ਹੀ ਵਿਆਪਕ ਹੋਵੇਗਾ। ਕਲਗੀਧਰ ਪਾਤਸ਼ਾਹ ਕਹਿੰਦੇ ਸੂਖਸ਼ਮ ਰੂਪ ਨਾ ਵਰਨਾ ਜਾਈ। ਅਕਾਲ ਪੁਰਖ ਪਰਮੇਸ਼ਰ ਦਾ ਜਿਹੜਾ ਸੂਖਸ਼ਮ ਰੂਪ ਹੈ ਉਹ ਵਰਣਨ ਵਿੱਚ ਨਹੀਂ ਆਉਂਦਾ, ਉਹ ਪਰੇ ਤੋਂ ਪਰੇ ਹੈ, ਪਰੇ ਤੋਂ ਪਰੇ ਹੈ। ਓੰਕਾਰ ਜੋ ਸੂਖਸ਼ਮ ਵੀ ਹੈ ਔਰ ਵਿਆਪਕ ਵੀ ਹੈ, ਸਰਬ ਦਾ ਪ੍ਰਕਾਸ਼ਕ ਹੈ ਔਰ ਇੱਕ ਹੈ, ਸਜਾਤੀ ਵਿਜਾਤੀ ਸਵਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ। ਸਤਨਾਮ ਉਹਦਾ ਨਾਮ ਤਰਈ ਕਾਲ ਸਤ ਹੈ। ਤਰਈ ਕਾਲ ਸਤ ਹੈ, ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ, ਅਗਾਂਹ ਨੂੰ ਵੀ ਸੱਚ ਹੈ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਜੋ ਤਰਈ ਕਾਲ ਸੱਚ ਹੈ, ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਸਤ ਹੈ। ਕਰਤਾ ਪੁਰਖ ਕਰਤਾ ਜੋ ਸਾਰੇ ਜਗਤ ਦਾ ਕਰਤਾ ਹੈ, ਸਾਰੇ ਸੰਸਾਰ ਨੂੰ ਕਰਨ ਵਾਲਾ ਹੈ। ਨਿਮਿਤ ਕਾਰਨ ਵੀ ਆਪ ਹੈ, ਉਪਾਦਾਨ ਕਾਰਨ ਵੀ ਆਪ ਹੈ, ਇਸ ਕਰਕੇ ਉਹਨੂੰ ਪੁਰਖ ਕਿਹਾ। ਨਿਮਿਤ ਕਾਰਨ ਵੀ ਹੈ ਤੇ ਉਪਾਦਾਨ ਕਾਰਨ ਵੀ ਹੈ, ਕਿਉਂਕਿ ਕਰਕੇ ਵਿੱਚ ਪੂਰਿਆ ਹੋਇਆ। ਘੜੇ ਦਾ ਉਪਾਦਾਨ ਕਾਰਨ ਹੈ ਮਿੱਟੀ ਔਰ ਉਹਦਾ ਨਿਮਿਤ ਕਾਰਨ ਹੈ ਘੁਮਿਆਰ। ਘੁਮਿਆਰ ਵੱਖਰਾ ਹੈ, ਘੜਾ ਬਣਾ ਰਿਹਾ ਵੱਖਰਾ, ਉਹ ਮਿੱਟੀ ਤੋਂ ਬਣਾ ਰਿਹਾ। ਪਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਸ ਸਾਰੇ ਜਗਤ ਦਾ ਉਪਾਦਾਨ ਕਾਰਨ ਵੀ ਆਪ ਹੈ। ਜਿਵੇਂ ਮੱਕੜੀ ਜਾਲੇ ਦਾ ਉਪਾਦਾਨ ਕਾਰਨ ਵੀ ਆਪ ਹੀ ਹੈ ਨਾ, ਤੇ ਨਿਮਿਤ ਕਾਰਨ ਵੀ ਆਪ ਹੈ। ਮੱਕੜੀ ਤੋਂ ਹੀ ਜਾਲਾ ਪੈਦਾ ਹੁੰਦਾ ਨਾ, ਉਹ ਕਿਸੇ ਵੱਖਰੀ ਥਾਂ ਤੋਂ ਤੇ ਨਹੀਂ ਲੈ ਕੇ ਆਉਂਦੀ। ਇਸੇ ਤਰ੍ਹਾਂ ਬ੍ਰਹਮ ਤੋਂ ਇਹ ਸਾਰਾ ਜਗਤ ਪੈਦਾ ਹੋਇਆ, ਉਹ ਇਹ ਸਾਰੇ ਜਗਤ ਦਾ ਉਪਾਦਾਨ ਕਾਰਨ ਵੀ ਹੈ, ਨਿਮਿਤ ਕਾਰਨ ਵੀ ਹੈ ਔਰ ਕਰਕੇ ਪੁਰਖ ਸਾਰਿਆਂ ਵਿੱਚ ਪੂਰਿਆ ਹੋਇਆ। ਜੁਲਾਇਆ ਕੱਪੜੇ ਨੂੰ ਬਣਾ ਕੇ ਉਹਦਾ ਕਰਤਾ ਹੋ ਜਾਂਦਾ, ਪਰ ਉਸ ਕੱਪੜੇ ਦੇ ਵਿੱਚ ਵਸਦਾ ਨਹੀਂ ਹੈ। ਘੁਮਿਆਰ ਘੜੇ ਨੂੰ ਬਣਾ ਕੇ ਘੜੇ ਤੋਂ ਵੱਖਰਾ ਹੈ, ਪਰ ਉਹ ਘੜੇ ਦੇ ਵਿੱਚ ਨਹੀਂ ਵਸਦਾ। ਸੁਨਿਆਰਾ ਸੋਨੇ ਦੇ ਗਹਿਣੇ ਬਣਾ ਕੇ ਉਹਦਾ ਕਰਤਾ ਹੋ ਜਾਂਦਾ, ਪਰ ਉਸ ਸੋਨੇ ਦੇ ਗਹਿਣਿਆਂ ਵਿੱਚ ਨਹੀਂ ਵਸਦਾ। ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਸ ਸਾਰੇ ਸੰਸਾਰ ਨੂੰ ਕਰਤਾ ਕਰਕੇ ਫਿਰ ਇਹਦੇ ਵਿੱਚ ਪੁਰਖ ਪੂਰਿਆ ਵੀ ਹੋਇਆ, ਵਿੱਚ ਵਸਦਾ ਵੀ ਹੈ। ਕੁਦਰਤ ਕਰਕੇ ਵਸਿਆ ਸੋਏ, ਇਹ ਸਾਰੀ ਕੁਦਰਤ ਨੂੰ ਬਣਾ ਕੇ ਫਿਰ ਉਹ ਇਹਦੇ ਵਿੱਚ ਵਸਦਾ ਵੀ ਹੈ, ਇਹਦੇ ਵਿੱਚ ਰਹਿੰਦਾ ਵੀ ਹੈ। ਇਸ ਕਰਕੇ ਉਹਨੂੰ ਕਹਿੰਦੇ ਨੇ ਪੁਰਖ। ਨਿਰਭਉ ਨਿਰਵੈਰ ਨਿਰਭਉ ਹੈ, ਉਹਨੂੰ ਭਉ ਨਹੀਂ ਹੈ ਕਿਸੇ ਦਾ, ਉਹਨੂੰ ਖੌਫ ਨਹੀਂ ਹੈ। ਡਰ ਕਿਹਦਾ ਰੱਖੇ? ਉਹਦੇ ਤੋਂ ਕੋਈ ਵੱਡਾ ਹੋਵੇ ਤਾਂ ਉਹਦਾ ਡਰ ਬੰਨੇ, ਉਹਦੇ ਤੋਂ ਕੋਈ ਵੱਡਾ ਹੈ ਹੀ ਨਹੀਂ, ਇਸ ਕਰਕੇ ਉਹ ਨਿਰਭਉ ਹੈ। ਉਹਦੇ ਅੰਦਰ ਭਉ ਨਹੀਂ ਹੈ, ਖੌਫ ਨਹੀਂ ਹੈ। ਸੰਸਾਰ ਦੇ ਹਰ ਇੱਕ ਪ੍ਰਾਣੀ ਦੇ ਅੰਦਰ ਕਿਸੇ ਨਾ ਕਿਸੇ ਪ੍ਰਕਾਰ ਦਾ ਭਉ ਤੇ ਖੌਫ ਹੈ, ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਭ ਤੋਂ ਵੱਡਾ ਹੈ, ਉਸ ਨੂੰ ਕਿਸੇ ਦਾ ਵੀ ਭਉ ਨਹੀਂ ਹੈ। ਨਿਰਵੈਰ, ਉਹਦਾ ਵੈਰ ਵੀ ਨਹੀਂ ਕਿਸੇ ਨਾਲ, ਕਿਸੇ ਨਾਲ ਉਹਦਾ ਵੈਰ ਵਿਰੋਧ ਨਹੀਂ ਹੈ। ਉਹ ਵੈਰ ਕਰੇ ਕਿਹਦੇ ਨਾਲ? ਜਦੋਂ ਸਾਰਾ ਕੁਝ ਉਹਦੀ ਆਪਣੀ ਅੰਸ਼ ਹੈ। ਆਖੋ ਸਤਿਨਾਮ ਸ੍ਰੀ। ਆਪਣੀ ਅੰਸ਼ ਨਾਲ ਵੈਰ ਕਿਵੇਂ ਕਰੇਗਾ? ਸਭ ਕੁਝ ਜਦੋਂ ਉਸੇ ਤੋਂ ਪੈਦਾ ਹੋ ਰਿਹਾ, ਆਪਣੀ ਅੰਸ਼ ਨਾਲ ਉਹ ਵੈਰ ਕਿਵੇਂ ਕਰੇ? ਉਹਦਾ ਕਿਸੇ ਨਾਲ ਵੈਰ ਨਹੀਂ ਹੈ। ਮਹਾਂਪੁਰਸ਼ਾਂ ਨੇ ਅਤੀ ਵਿਆਪਤੀ ਦੋਸ਼ ਦੁਆਰਾ ਵੀ ਮੂਲ ਮੰਤਰ ਦੇ ਅਰਥ ਕੀਤੇ ਹੈ, ਉਹ ਵਿਸਥਾਰ ਹੋ ਜਾਏਗਾ ਵੀ ਜਦੋਂ ਅਤੀ ਵਿਆਪਤੀ ਦੋਸ਼, ਕੋਈ ਆਖੇ ਵੀ ਘੋੜੇ ਦੇ 4 ਪੈਰ ਹੁੰਦੇ ਆ, ਲਾਗਿਓਂ ਕੋਈ ਕਹੇ ਵੀ ਇਕੱਲੇ ਘੋੜੇ ਦੇ ਥੋੜੀ 4 ਪੈਰ ਹੁੰਦੇ ਨੇ, ਗਊ ਦੇ ਵੀ ਤਾਂ 4 ਹੀ ਹੁੰਦੇ ਆ, ਮੱਝ ਦੇ ਵੀ 4 ਹੀ ਹੁੰਦੇ ਆ। ਉਹਨੂੰ ਅਤੀ ਵਿਆਪਤੀ ਦੋਸ਼ ਕਹਿੰਦੇ ਆ। ਜਦੋਂ ਨਿਰਭਉ ਕਿਹਾ ਜਾਂਦਾ ਹੈ ਤਾਂ ਨਿਰਭਉ ਕਹਿਣ ਵਾਲਿਆਂ ਨੇ ਕਿਸੇ ਆਖਿਆ ਰਾਵਣ ਕਿਹੜਾ ਕਿਸੇ ਦਾ ਡਰ ਮੰਨਦਾ ਸੀ, ਉਹ ਵੀ ਤਾਂ ਨਿਰਭਉ ਸੀ। ਅਰਣਾਕਸ਼ ਕਿਹੜਾ ਕਿਸੇ ਦਾ ਭਉ ਮੰਨਦਾ ਸੀ, ਉਹ ਵੀ ਤਾਂ ਨਿਰਭਉ ਸੀ। ਹੁਣ ਕੋਈ ਉੱਥੇ ਇਸ ਨਿਰਭਉ ਸ਼ਬਦ ਨੂੰ ਲਾਗੂ ਨਾ ਕਰ ਲਵੇ। ਮਹਾਰਾਜ ਜੀ ਇਸ ਦੋਸ਼ ਦੀ ਨਿਵਰਤੀ ਲਈ ਅੱਗੇ ਕਹਿੰਦੇ ਨੇ ਨਿਰਵੈਰ,
ਕਹਿੰਦੇ ਰਾਵਣ ਤੇ ਹਰਨਾਕਸ਼ ਨਿਰਭਉ ਹੋ ਸਕਦੇ ਨੇ, ਪਰ ਉਹ ਨਿਰਵੈਰ ਨਹੀਂ ਸਨ। ਉਹਨਾਂ ਅੰਦਰ ਵੈਰ ਦੀ ਭਾਵਨਾ ਸੀ। ਰਾਵਣ ਅੰਦਰ ਸ਼੍ਰੀ ਰਾਮ ਦੀ ਵੈਰ ਦੀ ਭਾਵਨਾ ਸੀ, ਹਰਨਾਕਸ਼ ਵਿਸ਼ਨੂੰ ਦਾ ਵੈਰੀ ਸੀ। ਉਹ ਨਿਰਵੈਰਤਾ ਨਹੀਂ ਸੀ ਨਾ। ਇੱਦਾਂ ਅਤੀ ਵਿਆਪਤੀ ਦੋਸ਼ ਦੀ ਨਿਵਰਤੀ ਦੁਆਰਾ ਵੀ ਮੂਲ ਮੰਤਰ ਦੇ ਅਰਥ ਹੁੰਦੇ ਆ। ਨਿਰਵੈਰ, ਜੋ ਵੈਰ ਤੋਂ ਰਹਿਤ ਹੈ, ਜਿਸ ਅੰਦਰ ਕਿਸੇ ਪ੍ਰਤੀ ਵੀ ਵੈਰ ਨਹੀਂ। ਅਕਾਲ ਮੂਰਤ, ਅਕਾਲ ਮੂਰਤ, ਮੂਰਤ ਨਾਮ ਹੈ ਹਸਤੀ ਦਾ, ਮੂਰਤ ਨਾਮ ਹੈ ਵਜੂਦ ਦਾ। ਪਰਮੇਸ਼ਰ ਦੀ ਜਿਹੜੀ ਹਸਤੀ ਹੈ ਨਾ, ਉਹ ਅਕਾਲ ਹੈ, ਉਹ ਕਾਲ ਦੇ ਦਾਇਰੇ ਵਿੱਚ ਨਹੀਂ ਆਉਂਦੀ। ਅਕਾਲ, ਉਹ ਕਾਲ ਦੇ ਦਾਇਰੇ ਵਿੱਚ ਨਹੀਂ ਹੈ, ਕਾਲ ਤੋਂ ਪਰੇ ਹੈ। ਅਸੀਂ ਸਾਰੇ ਜੀਵ ਕਾਲ ਦੇ ਚੱਕਰ ਵਿੱਚ ਆ, ਪਰ ਪਾਰ ਬ੍ਰਹਮ ਪਰਮੇਸ਼ਰ ਇਸ ਕਾਲ ਤੋਂ ਪਰੇ ਅਕਾਲ ਨੇ। ਜਦੋਂ ਨੂਰੇ ਮਾਈ ਨੂੰ ਮਹਾਰਾਜ ਗੁਰੂ ਕਲਗੀਧਰ ਭੇਜਦੇ ਆ ਨਾ ਕਿ ਸਰਹੰਦ ਜਾ ਕੇ ਪਤਾ ਕਰਕੇ ਆ, ਸਾਹਿਬਜ਼ਾਦਿਆਂ ਦੀ ਖਬਰ ਲੈ ਕੇ ਆ, ਤੇ ਰਾਏ ਕੱਲੇ ਜੀ ਦੇ ਪਾਸ ਮਹਾਰਾਜ ਜੀ ਬੈਠੇ ਸਨ। ਪੈਰ ਕਬੀਤਿਆ ਤੇ ਮਹਾਰਾਜ ਜੀ ਕਹਿੰਦੇ, ਰਾਏ ਕੱਲਾ ਜੀ ਵੇਖੋ ਨੂਰਾ ਵਾਪਸ ਮੁੜਿਆ ਕਿ ਨਹੀਂ ਮੁੜਿਆ। ਰਾਏ ਕੱਲਾ ਜੀ ਕਹਿੰਦੇ, ਮਹਾਰਾਜ ਵੀ ਇੱਕ ਦਿਨ ਤਾਂ ਉਹਨੂੰ ਜਾਣ ਤੇ ਲੱਗਣਾ ਹੈ, ਇੱਕ ਦਿਨ ਉੱਥੇ ਰਹਿ ਕੇ ਖਬਰਸਾਰ ਲਏਗਾ, ਤੀਜੇ ਦਿਨ ਜਾ ਕੇ ਵਾਪਸ ਮੁੜੇਗਾ। ਹਾਲੇ ਤਾਂ ਪੈਰ ਕੀ ਹੋਇਆ ਗਏ ਨੂੰ। ਮਹਾਰਾਜ ਜੀ ਚੁੱਪ ਕਰ ਗਏ। ਬਚਨ ਬਿਲਾਸ ਚੱਲ ਪਏ, ਹੋਰ ਗੱਲਾਂ ਬਾਤਾਂ ਕਰਦਿਆਂ। ਕੁਝ ਸਮੇਂ ਬਾਅਦ ਫਿਰ ਕਹਿੰਦੇ, ਰਾਏ ਕੱਲਾ ਜੀ ਵੇਖੋ ਨੂਰਾ ਵਾਪਸ ਆਇਆ ਕਿ ਨਹੀਂ ਆਇਆ। ਰਾਏ ਕੱਲਾ ਜੀ ਬੜੇ ਹੈਰਾਨ ਹੋਏ ਕਿ ਜਾਪਦਾ ਸਤਿਗੁਰਾਂ ਦੇ ਮਨ 'ਚ ਮੋਹ ਹੈ। ਬਾਰ-ਬਾਰ ਪੁੱਛਦੇ ਨੇ, ਮਹਾਰਾਜ ਜੀ ਹਾਲੇ ਕਿੱਥੇ ਆ ਗਿਆ ਹੁਣ। ਤੀਜੀ ਵਾਰ ਫਿਰ ਸਤਿਗੁਰਾਂ ਨੇ ਕੁਝ ਸਮੇਂ ਬਾਅਦ ਕਿਹਾ ਵੀ ਰਾਏ ਜੀ ਵੇਖੋ ਨੂਰਾ ਵਾਪਸ ਆਇਆ ਕਿ ਨਹੀਂ ਆਇਆ। ਰਾਏ ਕੱਲੇ ਨੇ ਵੀ ਸੋਚਿਆ ਵੀ ਸਤਿਗੁਰੂ ਜੀ ਬਾਰ-ਬਾਰ ਪੁੱਛਦੇ ਨੇ, ਕੋਈ ਗੱਲ ਹੋਵੇਗੀ। ਟਾਂਗੂ ਨੂੰ ਕਿਹਾ ਦਰਖਤ ਤੇ ਚੜ੍ਹ ਕੇ ਵੇਖ। ਇੱਕ ਟਾਂਗੂ ਦਰਖਤ ਤੇ ਚੜਿਆ, ਉਹਨੇ ਨਿਗਾਹ ਮਾਰੀ ਦੂਰ ਤਾਈਂ, ਤੇ ਕੀ ਵੇਖਦਾ, ਵਾਕਈ ਨੂਰਾ ਮਾਈ ਵਾਪਸ ਪਰਤ ਰਿਹਾ। ਨੂਰਾ ਵਾਪਸ ਆਇਆ, ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਰਾਏ ਕੱਲਾ ਨੂੰ ਕਹਿੰਦਾ, ਨੂਰਿਆ ਤੂੰ ਆ ਵੀ ਗਿਆ। ਕਹਿੰਦਾ, ਹਾਂ ਮਹਾਰਾਜ ਜੀ, ਇੱਕ ਦਿਨ ਜਾਣ ਤੇ ਲੱਗਾ, ਇੱਕ ਦਿਨ ਉੱਥੇ ਰਿਹਾ ਤੇ ਤੀਜੇ ਦਿਨ ਅੱਜ ਪਰਤ ਕੇ ਆਇਆ। ਰਾਏ ਕੱਲਾ ਹੈਰਾਨ ਸੀ ਕਿ ਸਾਡੇ ਕੋਲ ਇੱਥੇ ਹਾਲੇ 2-2.5 ਪਹਿਰਾਂ ਦਾ ਸਮਾਂ ਬੀਤਿਆ, ਇਹ ਕਹਿੰਦਾ ਮੈਂ 3 ਦਿਨ ਬਤੀਤ ਕਰਕੇ ਆਇਆ। ਇਹ ਇਤਿਹਾਸਕ ਘਟਨਾ ਇਹ ਸਿੱਧ ਕਰਦੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਸਤੀ ਅਕਾਲ ਹੈ, ਉਹ ਕਾਲ ਦੇ ਦਾਇਰੇ ਵਿੱਚ ਸੀਮਾਬੱਧ ਨਹੀਂ ਹੈ। ਇਸ ਕਰਕੇ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਅੱਜ ਵੀ ਨੇ ਤੇ ਅੱਗੇ ਵੀ ਰਹਿਣਗੇ। ਜੇ ਕਾਲ ਦੇ ਦਾਇਰੇ 'ਚ ਹੁੰਦੇ ਤੇ ਜੋਤੀ ਜੋਤ ਸਮਾਵਣ ਤੋਂ ਵੀ ਕਈ ਵਰਿਆਂ ਬਾਅਦ ਪੂਨੇ ਸਿਤਾਰੇ ਦੀ ਜੇਲ੍ਹ ਵਿੱਚ ਕੈਦ ਹੋਏ ਬਾਲਾ ਰਾਓ ਤੇ ਰੁਸਤਮ ਰਾਓ ਨੂੰ ਰਿਹਾ ਨਾ ਕਰਾਉਂਦੇ। ਸਤਿਗੁਰੂ ਜੀ ਸदैव ਹੀ ਕਾਲ ਕਰਕੇ ਹਾਜ਼ਰ ਨੇ। ਇਸ ਕਰਕੇ ਹਾਜ਼ਰ ਨੇ ਕਿਉਂਕਿ ਉਹਨਾਂ ਦੀ ਹਸਤੀ ਅਕਾਲ ਹੈ। ਅਕਾਲ ਮੂਰਤ, ਉਹਨਾਂ ਦੀ ਹਸਤੀ, ਉਹਨਾਂ ਦਾ ਵਜੂਦ ਅਕਾਲ ਕਾਲ ਦੇ ਦਾਇਰੇ ਵਿੱਚ ਨਹੀਂ ਹੈ। ਅਜੂਨੀ ਸੈਭੰ, ਅਜੂਨੀ ਹੈ, ਜੂਨੀਆਂ ਵਿੱਚ ਨਹੀਂ ਆਉਂਦਾ, ਉਹ ਜੂਨੀਆਂ ਤੋਂ ਰਹਿਤ ਹੈ। ਸੈਭੰ ਸਵਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਬਣਿਆ ਹੈ। ਗੁਰ ਪ੍ਰਸਾਦ, ਸੈਭੰ ਸਵਤੇ ਪ੍ਰਕਾਸ਼, ਆਪਣੇ ਆਪ ਬਣਿਆ। ਇੱਥੇ ਕਈ ਸਵਾਲ ਕਰਦੇ ਆ, ਉਹ ਕਹਿੰਦੇ ਜੇ ਪ੍ਰਮਾਤਮਾ ਸੈਭੰ ਸਵਤੇ ਪ੍ਰਕਾਸ਼ ਹੈ ਤੇ ਫਿਰ ਇਹ ਸ੍ਰਿਸ਼ਟੀ ਨੂੰ ਸਵਤੇ ਪ੍ਰਕਾਸ਼ ਮੰਨਣ 'ਚ ਕੀ ਆਪੱਤੀ ਹੈ। ਜਦੋਂ ਗੱਲ ਸ੍ਰਿਸ਼ਟੀ ਦੀ ਬਣਨ ਦੀ ਆਉਂਦੀ ਹੈ ਤਾਂ ਆਪਾਂ ਕਹਿੰਦੇ ਆ ਜੀ ਇਹ ਸ੍ਰਿਸ਼ਟੀ ਨੂੰ ਰੱਬ ਨੇ ਬਣਾਇਆ, ਤੇ ਜੇ ਪੁੱਛੀਏ ਰੱਬ ਨੂੰ ਕਿਹਨੇ ਬਣਾਇਆ ਤੇ ਉਹ ਕਹਿੰਦੇ ਉਹ ਤਾਂ ਆਪਣੇ ਆਪ ਬਣਿਆ। ਜੇ ਰੱਬ ਆਪਣੇ ਆਪ ਬਣ ਸਕਦਾ ਤੇ ਫਿਰ ਸ੍ਰਿਸ਼ਟੀ ਆਪਣੇ ਆਪ ਨਹੀਂ ਬਣ ਸਕਦੀ, ਫਿਰ ਇਹਨੂੰ ਰੱਬ ਨੂੰ ਬਣਾਉਣ ਦੀ ਕੀ ਲੋੜ। ਜਿਹੜੇ ਪਦਾਰਥਵਾਦੀ ਬਿਰਤੀ ਰੱਖਣ ਵਾਲੇ ਲੋਕ ਨੇ ਉਹ ਇਦਾਂ ਸਵਾਲ ਕਰਦੇ, ਫਿਰ ਉੱਥੇ ਇਸ ਤਰ੍ਹਾਂ ਜਵਾਬ ਆਉੜਦਾ ਹੈ ਕਿ ਇਹ ਆਪਣੇ ਆਪ ਬਣੀ ਹੁੰਦੀ ਤੇ ਜਿਹੜੀਆਂ ਚੀਜ਼ਾਂ ਬਿਨਸ ਜਾਂਦੀਆਂ ਨੇ ਮੁੜ ਆਪਣੇ ਆਪ ਪੈਦਾ ਨਹੀਂ ਹੁੰਦੀਆਂ। ਨਿਰੰਕਾਰ ਦੀ ਚੇਤਨਤਾ ਕਰਕੇ, ਸ਼ਕਤੀ ਕਰਕੇ ਉਹ ਵਾਕਈ ਇਹਦੇ ਵਿੱਚ ਕੁਝ ਇਹੋ ਜਿਹੀ ਕਲਾ ਵਰਤਦੀ ਹੈ, ਸਫੁਰਤੀ ਹੁੰਦੀ ਹੈ ਤੇ ਉਤਪਤੀ ਹੋ ਜਾਂਦੀ ਹੈ। ਸੈਭੰ ਅਕਾਲ ਪੁਰਖ ਸਵਤੇ ਪ੍ਰਕਾਸ਼ ਹੈ। ਹਾਂਜੀ,
ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਉਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤ, ਜਿਹੜੇ ਸਰੂਪ ਉੱਤੇ ਵਰਣਨ ਹੋਇਆ ਨਾ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਜੂਨੀ ਉਹ ਮਿਲੇਗਾ ਕਿਵੇਂ? ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋਵੇਗੀ। ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਗੁਰੂ ਦੀ ਕਿਰਪਾ ਦੁਆਰਾ ਉਸ ਬ੍ਰਹਮ ਸਰੂਪ ਦਾ ਸਾਖਸ਼ਾਤਕਾਰ ਹੁੰਦਾ ਹੈ। ਕੋਈ ਪੜਤਾ ਸਹਸਾ ਕਿਰਤਾ, ਕੋਈ ਪੜੈ ਪੁਰਾਨਾ। ਸਹਿਸਾ ਕਿਰਤਾ, ਸਹਿਸ ਕਿਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪੜ੍ਹਦੇ ਹੋ ਨਾ ਸ਼ਲੋਕ, ਇੱਕ ਹੁੰਦੀ ਹੈ ਸੰਸਕ੍ਰਿਤ, ਇੱਕ ਹੁੰਦੀ ਹੈ ਸਹਿਸਕ੍ਰਿਤੀ। ਸਹਿਸਾ ਕਿਰਤਾ, ਸੰਸਕ੍ਰਿਤ ਦੀ ਵਿਆਕਰਨ ਇਦਾਂ ਵੀ ਅਰਥ ਕੀਤੇ ਨੇ, ਪਰ ਸਹਿਸਾ ਦਾ ਮਤਲਬ ਹੁੰਦਾ ਸਹਿਜੇ ਸੁਖੈਨ ਢੰਗ ਨਾਲ ਕ੍ਰਿਤ ਕੀਤੀ ਹੋਈ। ਕਿਉਂਕਿ ਜਿਹੜੀ ਸੰਸਕ੍ਰਿਤ ਭਾਸ਼ਾ ਸੀ ਉਹ ਗ੍ਰੰਥਾਂ ਵਿੱਚ ਪੁਸਤਕਾਂ ਵਿੱਚ ਲਿਖੀ ਜਾਣ ਵਾਲੀ ਮੱਝੀ ਹੋਈ ਭਾਸ਼ਾ ਸੀ। ਆਮ ਬੋਲਚਾਲ ਦੇ ਵਿੱਚ ਉਹ ਨਹੀਂ ਸੀ। ਹੁਣ ਵੀ ਜਿਹੜੀ ਪੰਜਾਬੀ ਆਪਾਂ ਕਿਤਾਬਾਂ ਵਿੱਚ ਲਿਖੀ ਵੇਖਦੇ ਹਾਂ, ਉਹ ਸ਼ਬਦ ਅਸੀਂ ਆਮ ਬੋਲਚਾਲ ਵਿੱਚ ਤਾਂ ਨਹੀਂ ਵਰਤਦੇ। ਕਈ ਪੰਜਾਬੀ ਦੀਆਂ ਪੁਸਤਕਾਂ ਜਿਹੜੀਆਂ ਅਕਾਦਮਿਕ ਲੈਵਲ ਦੀਆਂ ਅੱਜ ਕੱਲ੍ਹ ਯੂਨੀਵਰਸਿਟੀਆਂ 'ਚੋਂ ਵਿਦਵਾਨ ਲਿਖ ਕੇ ਛਾਪ, ਉਹਨਾਂ ਵਿੱਚ ਜਿਹੜੇ ਪੰਜਾਬੀ ਦੇ ਸ਼ਬਦ ਵਰਤੇ ਜਾਂਦੇ ਹੈ ਉਹ ਇੰਨੇ ਗੂੜੇ ਨੇ ਕਿ ਜਦੋਂ ਆਮ ਕਰਕੇ ਕੋਈ ਨੋਰਮਲੀ ਪੰਜਾਬੀ ਬੋਲਣ ਵਾਲਾ ਵਿਅਕਤੀ ਉਹਨਾਂ ਨੂੰ ਪੜ੍ਹਦਾ, ਉਹਨੂੰ ਸਮਝ ਨਹੀਂ ਆਉਂਦੀ। ਇਸੇ ਤਰ੍ਹਾਂ ਸੰਸਕ੍ਰਿਤ ਭਾਸ਼ਾ ਜਿਹੜੀ ਮੱਝੀ ਹੋਈ ਭਾਸ਼ਾ ਸੀ, ਉਹਦੇ ਵਿੱਚ ਗ੍ਰੰਥ ਲਿਖੇ ਜਾਂਦੇ, ਸ਼ਾਸਤਰ, ਉਹ ਆਮ ਬੋਲਚਾਲ ਵਿੱਚ ਨਹੀਂ ਸੀ ਆਉਂਦੇ। ਸੁਖੈਨ ਢੰਗ ਨਾਲ ਆਪਸ ਵਿੱਚ ਬੋਲਚਾਲ ਦੀ ਬੋਲੀ ਵਿੱਚ ਵਰਤਣ ਵਾਲੀ ਬੋਲੀ ਨੂੰ ਸਹਿਸਾ ਕਿਰਤਾ ਜਾਂ ਸਹਿਸਕ੍ਰਿਤੀ ਕਿਹਾ ਜਾਂਦਾ। ਸਹਿਸਾ ਕਿਰਤਾ ਦਾ ਅਰਥ ਪ੍ਰਾਕਿਰਤੀ ਭਾਸ਼ਾ ਔਰ ਮਾਘ ਦੀ ਭਾਸ਼ਾ, ਪਾਲੀ ਵਗੈਰਾ, ਉਹਨੂੰ ਵੀ ਕਹਿੰਦੇ ਆ। ਪਾਲੀ ਦੇ ਵਿੱਚ ਲਿਖੇ ਹੋਏ ਜਾਂ ਮਾਘ ਦੀ ਭਾਸ਼ਾ ਵਿੱਚ ਲਿਖੇ ਹੋਏ ਜੈਨ ਮਤ ਦੇ ਗ੍ਰੰਥ, ਬੋਧ ਮਤ ਦੇ ਜਿਹੜੇ ਗ੍ਰੰਥ ਨੇ, ਕਹਿੰਦੇ ਕੋਈ ਉਹ ਪੜ੍ਹਦਾ, ਕੋਈ ਪੜ੍ਹੈ ਪੁਰਾਨਾ। ਪੁਰਾਣ ਸੰਸਕ੍ਰਿਤ ਵਗੈਰਾ ਭਾਸ਼ਾ ਵਿੱਚ ਲਿਖੇ ਹੋਏ ਨੇ, ਵੇਦ ਵਿਆਸ ਜੀ ਇਹਨਾਂ ਦੇ ਕਰਤਾ ਹਨ। ਕਹਿੰਦੇ ਕੋਈ ਪੁਰਾਣ ਆਦਿਕ ਪੜ੍ਹਨ ਦੇ ਵਿੱਚ ਆਪਣਾ ਸਮਾਂ ਬਤੀਤ ਕਰ ਰਿਹਾ ਹੈ। ਕੋਈ ਨਾਮ ਜਪੈ ਜਪ ਮਾਲੀ, ਲਾਗੈ ਤਿਸੈ ਧਿਆਨਾ। ਕੋਈ ਜਪ ਮਾਲੀ ਕਹੀਏ, ਮਾਲਾ ਪਕੜ ਕੇ ਕਿਸੇ ਦੇਵੀ ਦੇਵਤੇ ਦੇ ਮੰਤਰ ਦੇ ਜਾਪ ਜਪਣ ਵਿੱਚ ਲੱਗਾ ਹੋਇਆ। ਇੱਥੇ ਨਾਮ ਜਪੈ ਜਪ ਮਾਲੀ, ਜਪ ਮਾਲੀ ਨਾਮ ਹੈ ਮਾਲਾ ਦਾ, ਕਿ ਮਾਲਾ ਹੱਥ ਵਿੱਚ ਪਕੜ ਕੇ ਕੋਈ ਕਈ ਪ੍ਰਕਾਰ ਦੇ ਨਾਮ ਜਪਣ ਦੇ ਵਿੱਚ, ਨਾਮ ਜਪਣ ਇੱਥੇ ਪਰਮੇਸ਼ਰ ਦੇ ਨਾਮ ਦੀ ਬਾਤ ਨਹੀਂ, ਕਈ ਪ੍ਰਕਾਰ ਦੇ ਨਾਮ, ਇਹ ਅਮਕੀ ਸ਼ਕਤੀ ਦਾ ਨਾਮ ਹੈ, ਅਮਕੀ ਸ਼ਕਤੀ ਦਾ ਨਾਮ ਹੈ, ਉਹ ਜਪਣ ਵਿੱਚ, ਉਹਨੂੰ ਸਿੱਧ ਕਰਨ ਵਿੱਚ, ਉਸੇ ਵਿੱਚ ਹੀ ਆਪਣਾ ਧਿਆਨ ਲਾਈ ਬੈਠੇ ਹਨ। ਇੱਧਰ ਹੀ ਉਹਨਾਂ ਦਾ ਧਿਆਨ ਲੱਗਾ ਹੋਇਆ ਹੈ। ਅਬ ਹੀ ਕਬ ਹੀ ਕਿਛੂ ਨਾ ਜਾਨਾ, ਤੇਰਾ ਏਕੋ ਨਾਮ ਪਛਾਨਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੈ, ਅਕਾਲ ਪੁਰਖ ਜੀ, ਅਬ ਹੀ, ਹੁਣ ਵੀ ਤੇ ਕਦੇ ਵੀ ਮੈਂ ਹੋਰ ਕੁਝ ਨਹੀਂ ਜਾਣਦਾ। ਨਾ ਮੈਂ ਸਹਿਸਾ ਕਿਰਤਾ ਵਿਆਕਰਨ ਆਦਿਕ ਪੜ੍ਹਨ ਦੇ ਵਿੱਚ, ਜਾਂ ਪੁਰਾਣਾਂ ਨੂੰ ਪੜ੍ਹਨ ਦੇ ਵਿੱਚ, ਜਾਂ ਹੋਰ ਪ੍ਰਕਾਰ ਦੇ ਕਰਮਾਂ ਵਿੱਚ ਮੈਂ ਨਹੀਂ ਪ੍ਰਵਿਰਤ ਹਾਂ। ਮੈਂ ਹੋਰ ਕੁਝ ਜਾਣਦਾ ਹੀ ਨਹੀਂ। ਹੇ ਪ੍ਰਭੂ, ਮੈਂ ਤਾਂ ਤੇਰੇ ਇੱਕ ਨਾਮ ਨੂੰ ਹੀ ਮੁਕਤੀ ਦਾਤਾ ਪਛਾਣਦਾ ਹਾਂ। ਤੇਰਾ ਇੱਕੋ ਨਾਮ ਪਛਾਨਾ। ਮਹਾਰਾਜ, ਜਿਹੜਾ ਤੁਹਾਡਾ ਨਾਮ ਹੈ ਨਾ, ਉਹਨੂੰ ਮੈਂ ਪਛਾਣਦਾ ਹਾਂ। ਕੀ ਪਛਾਣਦਾ? ਵੀ ਮੁਕਤੀ ਦੇਣ ਵਾਲਾ ਤੁਹਾਡਾ ਨਾਮ ਹੈ। ਤੁਹਾਡੇ ਨਾਮ ਤੋਂ ਬਿਨਾਂ ਕਿਸੇ ਦੀ ਬੰਦ ਖਲਾਸੀ ਨਹੀਂ ਹੋਣੀ। ਹਾਂਜੀ। ਨਾ ਜਾਣਾ ਹਰੇ ਮੇਰੀ ਕਵਨ ਗਤੇ। ਬੇਨਤੀ ਕਰੋ ਇਸ ਤਰ੍ਹਾਂ, ਹੇ ਹਰਿ ਜੀ, ਮੈਂ ਨਹੀਂ ਜਾਣਦਾ ਮੇਰੀ ਕੀ ਹਾਲਤ ਹੋਵੇਗੀ। ਉੱਥੇ ਤਾਂ ਮਹਾਰਾਜ ਮੈਂ ਵੇਖੇ ਨੇ, ਨਦੋਸ਼ਾ ਘੜਿਆਲ ਕੁੱਟਿਆ ਜਾਂਦਾ ਹੈ, ਅਸੀਂ ਤਾਂ ਦੋਸ਼ਾਂ ਵਾਲੇ ਜੀਵ ਹਾਂ, ਸਾਡਾ ਕੀ ਹਾਲ ਹੋਵੇਗਾ। ਹੇ ਵਾਹਿਗੁਰੂ, ਮੈਂ ਨਹੀਂ ਜਾਣਦਾ ਮੇਰੀ ਕੀ ਗਤ ਹੋਵੇਗੀ। ਹਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ, ਕਰ ਕਿਰਪਾ ਰਾਖੋ ਮੇਰੀ ਲਾਜ ਪਤੇ। ਹੇ ਵਾਹਿਗੁਰੂ ਜੀ, ਅਸੀਂ ਮੂਰਖ ਹਾਂ, ਅਗਿਆਨੀ ਹਾਂ, ਤੁਹਾਡੀ ਸ਼ਰਨ ਵਿੱਚ ਆ ਮਹਾਰਾਜ। ਮੂਰਖ ਵੀ ਹਾਂ, ਅਗਿਆਨੀ ਵੀ ਹਾਂ, ਔਰ ਹੇ ਪ੍ਰਭੂ ਜੀ, ਤੁਹਾਡੀ ਸ਼ਰਨ ਵਿੱਚ ਹਾਂ। ਸਾਡੇ ਤੇ ਕਿਰਪਾ ਕਰੋ। ਹੇ ਹਰੀ ਜੀ,
ਮੇਰੀ ਇਹ ਸੰਸਾਰ ਵਿੱਚ ਵੀ ਲਾਜ ਰੱਖ ਲੋ ਤੇ ਅੱਗੇ ਪਰਲੋਕ ਵਿੱਚ ਵੀ ਮੇਰੀ ਪੱਤ ਰੱਖ ਲੋ। ਇੱਥੇ ਲਾਜ ਪਤੇ ਦੋ ਵਾਰੀ ਆਇਆ ਨਾ। ਇਸ ਲੋਕ ਵਿੱਚ ਵੀ ਲੱਜਿਆ ਰੱਖ ਲੋ ਮਹਾਰਾਜ ਤੇ ਪਰਲੋਕ ਵਿੱਚ ਵੀ ਮੇਰੀ ਪੱਤ ਰੱਖ ਲੋ। ਇੱਥੇ ਪਤੇ ਦਾ ਅਰਥ ਮਹਾਂਪੁਰਸ਼ਾਂ ਨੇ ਪਤੀ ਵੀ ਕੀਤਾ। ਹੇ ਪਤੀ ਪਰਮੇਸ਼ਵਰ ਜੀਓ, ਕਿਰਪਾ ਕਰੋ ਮੇਰੀ ਲਾਜ ਰੱਖ ਲਵੋ। ਰਹਾਉ ਕਬਹੂ ਜੀੜਾ ਊਬ ਚੜ੍ਹਦ ਹੈ, ਕਬਹੂ ਜਾਏ ਪਿਆਲੇ। ਹੇ ਪ੍ਰਭੂ, ਮੈਂ ਆਪਣੇ ਜੀੜੇ ਦੀ ਕੀ ਦਸ਼ਾ ਦੱਸਾਂ। ਕਦੇ ਤੇ ਪੁੰਨ ਕਰਮਾਂ ਦੇ ਪ੍ਰਤਾਪ ਕਰਕੇ ਬੜੇ ਉੱਚੇ ਥਾਂ ਤੇ ਸਵਰਗਾਂ ਵਿੱਚ ਜਾ ਪਹੁੰਚਦਾ, ਤੇ ਕਦੇ ਇੰਨੇ ਨੀਚ ਤੇ ਭੈੜੇ ਕਰਮ ਕੀਤੇ ਹੋਏ ਦੇ ਅੱਗੇ ਆਉਂਦੇ ਆ ਵੀ ਪਤਾਲ ਤੋਂ ਵੀ ਥੱਲੇ ਗਰਕ ਹੋ ਜਾਂਦਾ। ਕਦੇ ਤਾਂ ਅਸੀਂ ਆਪਣੇ ਸਾਰੇ ਅੰਦਰ ਝਾਤੀ ਮਾਰ ਕੇ ਵੇਖੀਏ, ਗੁਰੂ ਬਾਬੇ ਦੇ ਬੋਲ ਸਾਡੇ ਤੇ ਪੂਰੇ ਟੋਕਣਗੇ। ਕਦੇ ਤਾਂ ਇੰਨੀਆਂ ਚੰਗੀਆਂ ਵਿਚਾਰਾਂ ਹਿਰਦੇ 'ਚ ਪੈਦਾ ਹੁੰਦੀਆਂ ਵੀ ਹਿਰਦਾ ਉਡਾਰੀਆਂ ਮਾਰਦਾ ਬ੍ਰਹਮ ਰੂਪ ਦੇ ਵਿੱਚ ਹੁੰਦਾ ਨਾ। ਕਦੇ ਕਦੇ ਤਾਂ ਬੜਾ ਗੁਰਬਾਣੀ 'ਚ ਮਨ ਲੱਗਦਾ, ਕਦੇ ਗੁਰਬਾਣੀ ਬੜੀ ਰਸ ਵਾਲੀ ਪ੍ਰਤੀਤ ਹੁੰਦੀ ਹੈ। ਗੁਰਬਾਣੀ ਤਾਂ ਸਦਾ ਰਸ ਵਾਲੀ ਹੈ, ਪਰ ਸਾਡੀ ਅਵਸਥਾ ਕਦੇ ਕਦੇ ਬੜੀਆਂ ਚੰਗੀਆਂ ਚੰਗੀਆਂ ਵਿਚਾਰਾਂ ਆਉਂਦੀਆਂ, ਬੜੀਆਂ ਉਚਾਈ ਵਾਲੀਆਂ ਵਿਚਾਰਾਂ ਆਉਂਦੀਆਂ ਨੇ, ਪਰ ਕਦੇ ਇੰਨੀਆਂ ਭੈੜੀਆਂ ਤੇ ਮਾੜੀਆਂ ਵਿਚਾਰਾਂ ਵੀ ਆਉਂਦੀਆਂ ਨੇ ਕਿ ਸ਼ਾਇਦ ਪਤਾਲ ਵੀ ਉਹਨਾਂ ਵਿਚਾਰਾਂ ਤੋਂ ਘੱਟ ਨੀਵਾਂ ਹੋਵੇ। ਇੰਨੀਆਂ ਮਲਨ ਵਿਚਾਰਾਂ, ਇੰਨੀਆਂ ਭੈੜੀਆਂ ਵਿਚਾਰਾਂ ਉਹ ਵੀ ਕਦੇ ਹਿਰਦੇ 'ਚ ਆਉਂਦੀਆਂ। ਇਹ ਸਾਡੇ ਜੀੜੇ ਦੀ ਦਸ਼ਾ ਹੈ। ਲੋਭੀ ਜੀੜਾ ਥਿਰ ਨਾ ਰਹਤ ਹੈ, ਚਾਰੇ ਕੁੰਡਾ ਭਾਲੇ। ਇਹ ਵਾਹਿਗੁਰੂ, ਧਨ ਦਾ ਲੋਭੀ ਹੋਇਆ ਇਹ ਜੀੜਾ ਹਿਰਦਾ ਟਿਕਦਾ ਨਹੀਂ ਹੈ। ਇਹ ਚਾਰਾਂ ਦਿਸ਼ਾਵਾਂ ਨੂੰ ਭਾਲਦਾ, ਚਾਰਾਂ ਦਿਸ਼ਾਵਾਂ ਵਿੱਚ ਭੱਜਿਆ ਫਿਰਦਾ। ਮਰਨ ਲਿਖਾਏ ਮੰਡਲ ਮਹਿ ਆਏ, ਜੀਵਨ ਸਾਜਹਿ ਮਾਈ। ਇਹ ਮਰਨਾ ਲਿਖਾ ਕੇ ਇਸ ਮਾਤ ਲੋਕ ਦੀ ਧਰਤੀ ਤੇ ਆਇਆ, ਪਰ ਆਪਣੇ ਜੀਵਨ ਦੇ ਬੰਨ ਨੂੰ ਬੰਨਦਾ ਕਿ ਮੈਂ ਖਬਰੇ ਮਰਨਾ ਹੀ ਨਹੀਂ ਕਿਤੇ। ਏਦਾਂ ਆਪਣੇ ਜੀਵਨ ਦੇ ਬੰਨ ਨੂੰ ਬੰਨਣ 'ਚ ਲੱਗਾ ਹੋਇਆ। ਏਕ ਚਲੇ ਹਮ ਦੇਖਹਿ ਸੁਆਮੀ, ਪਾਹੇ ਬਲੰਤੀ ਆਈ। ਇੱਕ ਚੱਲਦੇ ਅਸੀਂ ਵੇਖੇ ਨੇ ਆਪਣੀਆਂ ਅੱਖਾਂ ਨਾਲ, ਤੇ ਬਾਕੀਆਂ ਦੇ ਸਿਰਾਂ ਉੱਤੇ ਵੀ ਕਾਲ ਦੀ ਅਗਨੀ ਬਲਦੀ ਆ ਰਹੀ ਹੈ। ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ, ਨਾ ਕਿਸਾ ਬਾਪ ਨਾ ਮਾਈ। ਜਦੋਂ ਮੌਤ ਆਉਣੀ ਆ, ਨਾ ਕਿਸੇ ਦਾ ਕਿਸੇ ਨੇ ਮਿੱਤ ਬਣਨਾ, ਨਾ ਭਾਈ ਨਾ ਕੋਈ ਬਾਪ ਨਾ ਮਾਈ। ਪ੍ਰਣਵਤ ਨਾਨਕ ਜੇ ਤੂੰ ਦੇਵਹਿ, ਅੰਤੇ ਹੋਏ ਸਖਾਈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਹੇ ਵਾਹਿਗੁਰੂ, ਜੇ ਤੂੰ ਮੈਨੂੰ ਆਪਣੇ ਅੰਮ੍ਰਿਤ ਨਾਮ ਦੀ ਦਾਤ ਦੇ ਦੇਵੇਂ, ਉਸੇ ਨੇ ਅੰਤ ਵੇਲੇ ਮੇਰਾ ਸਖਾਈ ਹੋਣਾ। ਇੱਥੇ ਪਾਵਨ ਸ਼ਬਦ ਦੀ ਸਮਾਪਤੀ ਹੈ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਧੰਨਵਾਦ, ਕੋਟਾਨ ਕੋਟ ਸ਼ੁਕਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਆਪ ਜੀ ਦੇ ਦਰਸ਼ਨ ਪਰਸੇ ਨੇ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹਨਾਂ ਦਾ ਧੰਨਵਾਦ। ਆਓ ਸਮਾਪਤੀ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਨਾ ਕਿਸੇ ਕਾ ਮੀਤ ਨਾ ਕਿਸੇ ਕਾ ਭਾਈ, ਨਾ ਕਿਸੇ ਬਾਪ ਨਾ ਮਾਈ। ਪ੍ਰਣਵਤ ਨਾਨਕ ਜੇ ਤੂੰ ਦੇਵ ਹੈ, ਅੰਤੇ ਹੋਏ ਸਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।